ਰਾਧਾ। ਹਾਂਜੀ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਾਗ ਸ੍ਰੀ ਰਾਗ ਮਹੱਲਾ ਪੰਜਵਾਂ। ਰਾਜ ਮਿਲਕ ਸਿਕਦਾਰੀਆ, ਰਸ ਭੋਗਣ ਬਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ, ਰੰਗ ਤਮਾਸ਼ੇ ਬਹੁ ਵਿਧੀ, ਚਾਏ ਲਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ, ਬਹੁਤ ਤਨਾੜ ਅਚਾਰਵੰਤ, ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਪਾਇਆ, ਸਾਜਨ ਸੰਗ ਪਰੀਤ, ਲਸ਼ਕਰ ਤਰਕ ਸਬੰਧ ਬੰਦ, ਜਿਉ ਜਿਉ ਸਗਲੀ ਕੀਤ, ਚੇਤਨਾ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ। ਤੇ ਪਿਛਲੇ ਸਤਸੰਗ ਦੇ ਵਿੱਚ ਵੀ ਅਸੀਂ ਸਤਿਗੁਰਾਂ ਦੇ ਬਚਨ ਸਾਰਿਆਂ ਨੇ ਸੁਣੇ। ਸਾਰੇ ਬਚਨ ਦੇ ਵਿੱਚ ਇੱਕ ਗੱਲ ਤੁਹਾਨੂੰ ਸਮਝਾਉਣਾ ਚਾਹ ਰਹੇ ਨੇ ਕਿ ਜੋ ਮਰਜ਼ੀ ਅਸੀਂ ਦੁਨੀਆ ਤੇ ਕਰ ਲਈਏ, ਜੋ ਮਰਜ਼ੀ ਜਿੱਥੋਂ ਤੱਕ ਸਾਡੀ ਬੁੱਧੀ ਦੌੜਦੀ, ਅਸੀਂ ਸਾਰੇ ਕੰਮ ਹੀ ਅਸੀਂ ਕਰ ਲਈਏ, ਕਿਸੇ ਚੀਜ਼ ਵੱਲੋਂ ਵੀ ਅਸੀਂ ਰਹਿ ਨਾ ਜਾਈਏ ਪਿੱਛੇ। ਪਰ ਉਹ ਕਹਿੰਦੇ ਕਿ ਜੇ ਜਿਹੜਾ ਕੰਮ ਕਰਨਾ ਆ ਇੱਥੇ, ਜੇ ਉਹ ਕੰਮ ਨਾ ਕੀਤਾ ਤੇ ਇਹ ਸਾਰੇ ਕੰਮ ਜਿਹੜੇ ਆ ਇਹ ਕਿਸੇ ਕੰਮ ਨਹੀਂ ਆਉਣੇ। ਪਿਛਲੇ ਸਤਸੰਗ ਦੇ ਵਿੱਚ ਵੀ ਅਸੀਂ ਸਾਰੇ ਜਿਹੜੇ ਬਚਨ ਸਤਿਗੁਰਾਂ ਦੇ ਜਿਹੜੇ ਸੁਣੇ, ਇੱਕ ਇੱਕ ਜੋ ਜੀਵਨ ਦੇ ਵਿੱਚ ਸਾਡੇ ਮੋੜ ਆਉਂਦੇ ਨੇ, ਜੋ ਸਥਿਤੀ ਬਣਦੀ ਏ, ਉਹਨਾਂ ਦੇ ਸਾਰਿਆਂ ਤੇ ਹੀ ਇੱਕ ਇੱਕ ਤੇ ਚਾਨਣ ਪਾਇਆ ਉਹਨਾਂ ਨੇ। ਜਿਸ ਤਰ੍ਹਾਂ ਉਹਨੇ ਪਿੱਛੇ ਬਚਨ ਪਹਿਲਾਂ ਫਰਮਾਏ ਸੀ ਕਿ ਜਾਂ ਜੋ ਮੁਸ਼ਕਿਲ ਅੱਤ ਬਣੇ, ਢੋਈ ਕੋਈ ਨਾ ਦੇ। ਮੁਸ਼ਕਿਲਾਂ ਤੋਂ ਗੱਲ ਚੱਲੀ ਸੀ ਕਿ ਜੀਵਨ 'ਚ ਮੁਸ਼ਕਿਲਾਂ ਬਹੁਤ ਆਉਂਦੀਆਂ ਨੇ ਤੇ ਕਈ ਵਾਰੀ ਉਸੇ ਮੁਸ਼ਕਿਲਾਂ ਤੋਂ ਅਸੀਂ ਘਬਰਾ ਕੇ ਜਾਂ ਉਸ ਮੁਸ਼ਕਿਲਾਂ ਦੇ ਵਿੱਚ ਉਲਝ ਕੇ ਹੀ ਅਸੀਂ ਸਾਰਾ ਜੀਵਨ ਗਵਾ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਮੁਸ਼ਕਿਲਾਂ ਹੱਲ ਕਰਨ ਵਾਸਤੇ ਅਸੀਂ ਆਪਣੇ ਦਿਮਾਗ ਦੇ ਨਾਲ ਜੋ ਵੀ ਅਸੀਂ ਕਰੀ ਜਾਂਦੇ ਹਾਂ ਉਹ ਸ਼ਾਇਦ ਸਹੀ ਹੈ। ਪਰ ਸਤਿਗੁਰੂ ਜੀ ਸਾਨੂੰ ਭੇਦ ਦੱਸਦੇ ਨੇ ਕਿ ਇਹ ਕੁਛ ਵੀ ਨਹੀਂ, ਇਹ ਸਾਰਾ ਭਰਮ ਹੈ। ਜੋ ਵੀ ਅਸੀਂ ਇੱਥੇ ਦੇਖ ਰਹੇ ਹਾਂ ਕੋਈ ਵੀ ਸੱਚ ਨਹੀਂ ਹੈਗਾ, ਸੱਚਾਈ ਨਹੀਂ ਹੈਗੀ ਕੁਛ ਵੀ। ਜਿੰਨੇ ਵੀ ਇੱਥੇ ਸਾਨੂੰ ਬੰਧਨ ਦਿਸ ਰਹੇ ਨੇ, ਇਹ ਬੰਧਨ ਕੋਈ ਸਾਡੇ ਬੰਧਨ ਨਹੀਂ ਹੈਗੇ, ਜਿਨ੍ਹਾਂ ਨੂੰ ਅਸੀਂ ਪੱਕੇ ਮੰਨ ਕੇ ਤੇ ਅਸੀਂ ਬਸ ਲੱਗੇ ਰਹਿੰਦੇ ਹਾਂ। ਠੀਕ ਹੈ, ਇੱਕ ਸਵਾਸ ਮਿਲੇ ਨੇ, ਜੀਵਨ ਮਿਲਿਆ ਹੈ, ਉਹਦੇ ਨਿਰਵਾਹ ਵਾਸਤੇ ਹਰ ਚੀਜ਼ ਦੀ ਲੋੜ ਹੈ, ਬਸ ਉਹਨਾਂ ਜਿਹੜਾ ਆ ਅਸੀਂ ਕਰਨਾ ਹੈ। ਉਹ ਵੀ ਸਤਿਗੁਰਾਂ ਨੇ ਪਹਿਲਾਂ ਹੀ ਦੱਸਿਆ ਕਿ ਸਭ ਕੁਛ ਹੀ ਉਹਨਾਂ ਨੇ ਪਹਿਲਾਂ ਹੀ ਬਣਾ ਚੁੱਕੇ ਨੇ।
ਇਹਦੇ ਜਨਮ ਲੈਣ ਤੋਂ ਪਹਿਲਾਂ ਹੀ ਜਿਹੜੀ ਪ੍ਰਾਰਬਧ ਜਿਹੜੀ ਆ ਉਹ ਰਚੀ ਗਈ ਹੈ ਕਿ ਠੀਕ ਹੈ ਵੀ ਆਹ ਚੀਜ਼ਾਂ ਹੋਣਗੀਆਂ। ਫਿਰ ਵੀ ਜਿਹੜੀ ਕਰਮ ਭੂਮੀ ਹੈ, ਕਰਮ ਕਰਨਾ ਸਾਡਾ ਫਰਜ਼ ਆ, ਉਹ ਜ਼ਰੂਰ ਕਰਨਾ ਹੈ। ਲੇਕਿਨ ਜਦੋਂ ਅਸੀਂ ਬਹੁਤਾ ਭਾਰ ਚੁੱਕ ਲੈਂਦੇ ਹਾਂ ਤੇ ਉਹਦੇ ਨਾਲ ਕੋਈ ਹੁੰਦਾ ਕੁਛ ਨਹੀਂ। ਜਿਸ ਤਰ੍ਹਾਂ ਪਿੱਛੇ ਸਾਰੇ ਬਚਨ ਆਏ ਸੀ, ਉਹਨਾਂ ਫਰਮਾਇਆ ਕਿ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗੌਣ ਕਰੇ ਚਹੁ ਕੌਂਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਕਹਿੰਦੇ ਜਿੰਨਾ ਮਰਜ਼ੀ ਦੁੱਖ ਹੋਵੇ, ਇਹ ਚਾਰੇ ਪਾਸੇ ਇਹਨੂੰ ਬਹਿਣ ਨਾ ਕਿਤੇ ਮਿਲਦਾ ਹੋਵੇ, ਸਾਰੀ ਦੁਨੀਆ ਤੇ ਭਟਕਾਵੇ ਤੇ ਇਹਨੂੰ ਉਹਦਾ ਹੱਲ ਨਾ ਮਿਲੇ, ਤੇ ਜੇ ਇਹਨੂੰ ਜੇ ਸਤਿਗੁਰਾਂ ਦੀ ਯਾਦ ਆ ਗਈ, ਸਤਿਗੁਰਾਂ ਦਾ ਉਹ ਜਿਹੜਾ ਸਰੂਪ ਜਿਹੜਾ ਉਹਦੇ ਚਿੱਤ 'ਚ ਵਸ ਗਿਆ, ਇਹਦਾ ਉਹਨਾਂ ਦਾ ਵਚਨ ਚਿੱਤ 'ਚ ਵਸ ਗਿਆ, ਤੇ ਉਹ ਕਹਿੰਦੇ ਤਨ ਮਨ ਸ਼ੀਤਲ ਹੋਏ। ਸਭ ਕੁਛ ਹੀ ਉਹਨਾਂ ਦੀ ਦਇਆ ਕਿਰਪਾ ਨਾਲ ਹੋ ਜਾਂਦਾ ਹੈ। ਫਿਰ ਅੱਗੇ ਅੱਗੇ ਸਾਰੇ ਵਚਨਾਂ ਦੇ ਵਿੱਚ ਉਹਨਾਂ ਨੇ ਇਹੋ ਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਚੀਜ਼ ਦਾ, ਬੜੇ ਬੜੇ ਇੱਥੇ ਰਾਜੇ ਮਹਾਰਾਜੇ, ਬੜੇ ਬੜੇ ਗਿਆਨੀ ਧਿਆਨੀ, ਬੜੇ ਬੜੇ ਜਿਹੜੇ ਸੇਠ ਸ਼ਾਹੂਕਾਰ, ਕੋਈ ਸਮਝਦਾ ਹੈ ਕਿ ਮੈਂ ਬਹੁਤ ਮੇਰੇ ਕੋਲ ਪੈਸਾ ਹੈ ਤੇ ਮੈਂ ਸ਼ਾਇਦ ਤਾਂ ਇੱਥੋਂ ਨਿਕਲ ਜਾਵਾਂਗਾ। ਕੋਈ ਸੋਚਦਾ ਹੈ ਕਿ ਮੇਰੇ ਕੋਲ ਤਾਕਤ ਬਹੁਤ ਹੈ, ਮੈਂ ਦੁਨੀਆ ਨੂੰ ਝੁਕਾਇਆ ਸਾਹਮਣੇ ਤੇ ਸ਼ਾਇਦ ਮੈਂ ਤਾਂ ਮੇਰੀ ਖਲਾਸੀ ਹੋ ਜਾਏਗੀ। ਕੋਈ ਸੋਚਦਾ ਹੈ ਕਿ ਮੇਰਾ ਤੇ ਦਿਮਾਗ ਬਹੁਤ ਹੈ, ਮੈਂ ਤੇ ਕਿਸੇ ਨੂੰ ਗੱਲਾਂ 'ਚ ਜਿੱਤਣ ਹੀ ਨਹੀਂ ਦਿੰਦਾ, ਕੋਈ ਤਰਕ 'ਚ ਕਿਸੇ ਨੂੰ ਜਿੱਤਣ ਨਹੀਂ ਦਿੰਦਾ, ਤੇ ਸ਼ਾਇਦ ਇਸੇ ਤਰਕਵਾਦੀ ਬੁੱਧੀ ਨਾਲ ਮੈਂ ਕੋਈ ਪਾਰ ਉਤਰ ਜਾਵਾਂਗਾ। ਉਹ ਕਹਿੰਦੇ ਨਹੀਂ, ਕਿਸੇ ਚੀਜ਼ ਨਾਲ ਨਹੀਂ ਇਹਦਾ ਹੋਣਾ, ਕਿਸੇ ਕੋਈ ਵੀ ਚੀਜ਼ ਇਹਦੇ ਜਿਹੜੇ ਆ ਇਹਦੇ ਨਾਲ ਇਹਦਾ ਨਹੀਂ ਬਣਨਾ। ਫਿਰ ਉਹਨਾਂ ਨੇ ਪਿੱਛੇ ਇਹ ਵੀ ਹੌਸਲਾ ਵੀ ਦਿੱਤਾ ਕਿ ਇਹ ਤੇ ਹੋ ਗਈ ਗਿਆਨ ਵਿਆਨ ਦੀਆਂ ਗੱਲਾਂ, ਪਰ ਜੇ ਕਿਤੇ ਇਹ ਬਹੁਤ ਜ਼ਿਆਦਾ ਇਹਨੇ ਪਾਪ ਕੀਤੇ ਨੇ, ਬਹੁਤ ਜ਼ਿਆਦਾ ਇਹ ਜਿਹੜਾ ਹੈ ਲਿਬੜਿਆ ਤਿਬੜਿਆ ਹੈ, ਸਾਰੇ ਪਾਸੇ ਉਹਨੂੰ ਠੋਕਰਾਂ ਵੱਜ ਰਹੀਆਂ ਨੇ, ਤੇ ਫਿਰ ਵੀ ਕਹਿੰਦੇ ਘਬਰਾਵੇ ਨਾ। ਫਿਰ ਵੀ ਉਹਨਾਂ ਨੇ ਇਹੋ ਹੀ ਵਚਨ ਕੀਤਾ ਕਿ ਫਿਰ ਵੀ ਜੇ ਚਿੱਤ ਦੇ ਵਿੱਚ ਇਹਦੇ ਉਸ ਸਤਿਗੁਰੂ ਦਾ ਵਾਸਾ ਹੈ, ਜੇ ਉਹਦਾ ਯਾਦ ਆ ਗਈ, ਉਹਨੂੰ ਇਹਨੇ ਬੇਨਤੀ ਸੱਚੇ ਮਨੋਂ ਕਰ ਦਿੱਤੀ, ਤੇ ਇਹਦੇ ਵੀ ਜਿਹੜੇ ਜਿੰਨੇ ਪਾਪ ਨੇ ਸਾਰੇ ਧੋਤੇ ਜਾਣਗੇ। ਮਤਲਬ ਹਰ ਇੱਕ ਗੱਲ ਦਾ ਹੱਲ ਜਿਹੜਾ ਦੱਸਿਆ ਕਿ ਉਹ ਸਿਰਫ ਇੱਕੋ ਹੀ ਹੈ। ਜਿਹਨਾਂ ਨੇ ਕਿਹਾ ਕਿ ਹਾਥੀ ਕੇ ਪਾँव में सबका पाँव। ਜਦੋਂ ਸਾਡੀ ਉਸ ਸਤਿਗੁਰ ਨਾਲ, ਉਸ ਪਾਰ ਬ੍ਰਹਮ ਨਾਲ, ਪਰਮਾਤਮਾ ਨਾਲ, ਗੁਰੂ ਨਾਲ ਸਾਡੀ ਬਣ ਗਈ, ਤੇ ਫਿਰ ਕਹਿੰਦੇ ਕਿ ਕਿਸੇ ਹੋਰ ਚੀਜ਼ ਦੀ ਫਿਕਰ ਦੀ ਵੀ ਸਾਨੂੰ ਲੋੜ ਨਹੀਂ। ਇਹ ਜਿਹੜਾ ਜੀਵਨ ਨੇ ਇਹ ਤੇ ਬਈ ਲੰਘਦਾ ਜਾ ਰਿਹਾ, ਲੰਘ ਹੀ ਜਾਣਾ ਹੈ। ਪਰ ਜਿਸ ਕੰਮ ਵਾਸਤੇ, ਜਿਸ ਤਰ੍ਹਾਂ ਉਹਨਾਂ ਨੇ ਬਣਾਇਆ ਕਿ 184 ਯੋਨ ਸੁਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਕਿ ਜੇ ਇਸ ਤੋਂ ਚੁੱਕ ਕੇ ਜਿਹੜਾ ਕੰਮ ਵਾਸਤੇ ਦੇਹ ਮਿਲੀ ਸੀ, 84 ਲੱਖ ਜੂਨਾ ਭੋਗ ਕੇ ਜਿਹੜਾ ਇਹ ਮਨੁੱਖ ਚੋਲਾ ਮਿਲਿਆ, ਜਿਹਦਾ ਮਕਸਦ ਭੁੱਲ ਗਏ ਤੇ ਹੋਰ ਕੰਮਾਂ 'ਚ ਪਏ ਰਹੇ, ਤੇ ਕਹਿੰਦੇ ਕਿ ਉਹ ਗੱਲ ਨਹੀਂ ਬਣਨੀ। ਹੁਣ ਉਹਨਾਂ ਨੇ ਜਿਹੜੇ ਅੱਗੇ ਸਤਿਗੁਰਾਂ ਨੇ ਵਚਨ ਫਰਮਾਏ ਨੇ, ਮੈਂ ਕਿ ਰਾਜ ਮਿਲਕ ਸਿਕਦਾਰੀਆ, ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ, ਰੰਗ ਤਮਾਸੇ ਬਹੁ ਬਿਦ ਚਾਏ ਰੰਗ ਰਿਹਾ, ਚਿਤ ਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਫਿਰ ਉਸੇ ਚੀਜ਼ ਤੇ ਸਾਨੂੰ ਪੱਕਿਆਂ ਕਰ ਰਹੇ ਨੇ ਕਿ ਸਭ ਕੁਛ ਇਹਦੀ ਸਾਰੇ ਪਾਸੇ ਦੀ ਬਹੁਤ ਚੱਲਦੀ, ਸਭ ਕੁਛ ਹੋਵੇ, ਬਾਹਰੋਂ ਕਿਸੇ ਚੀਜ਼ ਦੀ ਕਮੀ ਨਾ ਹੋਵੇ, ਕਿਸੇ ਇਹਨੂੰ ਹਰ ਵੇਲੇ ਹੁਕਮ ਮੰਨਣ ਵਾਸਤੇ ਦੇ ਅੱਗੇ ਸੇਵਾਦਾਰ ਅੱਗੇ ਪਿੱਛੇ ਤੇ ਤੁਰਦੇ ਫਿਰਦੇ ਹੋਣ। ਪਰ ਜੇ ਇਹ ਫਿਰ ਉਹੀ ਚੀਜ਼ ਕਿ ਜੇ ਇਹਦੇ ਚਿੱਤ ਦੇ ਵਿੱਚ ਉਹ ਡਰ ਨਾ ਹੋਇਆ, ਉਹ ਸਤਿਗੁਰ ਦਾ, ਉਹ ਸਤਿਗੁਰਾਂ ਦਾ ਜਿਹੜਾ ਸਰੂਪ ਨਾ ਹੋਇਆ, ਉਹਨਾਂ ਦਾ ਵਚਨ ਨਾ ਇਹਨੇ ਮੰਨਿਆ, ਤੇ ਕਹਿੰਦੇ ਕਿ ਇਹ ਫਿਰ ਵੀ ਇਹਦੀ ਖਲਾਸੀ ਨਹੀਂ ਹੋਣੀ। ਹੁਣ ਅੱਗੇ ਫਰਮਾਇਆ ਕਿ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ। ਕਹਿੰਦੇ ਕਿ ਬਹੁਤ ਧਨ ਵਾਲਾ ਹੋਵੇ, ਬਹੁਤ ਧਨਾੜ ਪੁਰਸ਼ ਹੋਵੇ, ਬਹੁਤ ਧਨਾੜ ਅਚਾਰਵੰਤ, ਕਿ ਬਾਹਰੋਂ ਵੀ ਜਿਸ ਤਰ੍ਹਾਂ ਅਚਾਰਵੰਤ ਕਿ ਜਿਹੜਾ ਬੜਾ ਗੁਣਾਂ ਵਾਲਾ ਹੁੰਦਾ ਹੈ, ਬੜੇ ਆਚਾਰ ਵਿਹਾਰ ਨਾਲ ਚੱਲਦਾ ਹੈ, ਲੋਕੀ ਕਹਿੰਦੇ ਬਈ ਆਹ ਕਿਆ ਬਾਤ ਹੈ, ਇਹ ਤੇ ਬਈ ਬੜਾ ਆਚਾਰ ਵਿਹਾਰ ਵਾਲਾ ਹੈ, ਇਹਦੇ ਕੋਲ ਵੀ ਤਾਂ ਕਦੀ ਕੋਈ ਗਲਤੀ ਨਹੀਂ ਕਰਦਾ। ਉਹਦੀ ਵੀ ਗੱਲ ਕੀਤੀ, ਕਹਿੰਦੇ ਬਹੁਤ ਧਨਾੜ ਅਚਾਰਵੰਤ ਸ਼ੋਭਾ ਨਿਰਮਲ ਰੀਤ, ਬੜੀ ਬਾਹਰੋਂ ਰਹਿਣੀ ਵੀ ਜਿਹੜੀ ਇਹਦੀ ਬੜੀ ਹੋਵੇ ਇਸ ਤਰ੍ਹਾਂ ਦੀ, ਲੋਕੀ ਇਹਦੀ ਸੋਭਾ ਕਰਦੇ ਹੋਣ। ਪਰ ਫਿਰ ਮੈਂ ਅੱਗੇ ਕਿਹਾ ਕਿ ਮਾਤ ਪਿਤਾ ਸੁੱਤ ਭਾਈਆਂ ਸਾਜਨ ਸੰਗ ਪ੍ਰੀਤ। ਹੁਣ ਇਹ ਇੱਥੋਂ ਸੰਸਾਰ ਦੇ ਸਾਰੇ ਹੀ ਬਈ ਠੀਕ ਹੈ, ਜੋ ਵੀ ਇੱਥੋਂ ਦੇ ਨਿਯਮ ਹੈਗੇ ਨੇ, ਇਹਨਾਂ ਨੂੰ ਉਹਨਾਂ ਨੇ ਕੋਈ ਇਹ ਨਹੀਂ ਕਿ ਗਲਤ ਕਿਹਾ। ਪਰ ਕਈ ਵਾਰੀ ਅਸੀਂ ਕਹਿੰਦੇ ਹਾਂ, ਕਈ ਵਾਰੀ ਅਸੀਂ ਦੇਖਦੇ ਹਾਂ
ਸੰਸਾਰੀਆਂ ਹੀ ਉਹ ਜਿਹੜੇ ਨਿਯਮਾਂ ਦੇ ਵਿੱਚ ਅਸੀਂ ਇੰਨਾ ਉਲਝ ਜਾਂਦੇ ਹਾਂ ਕਿ ਜਿਹੜਾ ਅਸਲੀ ਮਕਸਦ ਜਿਹੜਾ ਜਿਹਨੂੰ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਉਹ ਅਸੀਂ ਭੁੱਲ ਜਾਂਦੇ ਹਾਂ। ਮਾਤਾ ਪਿਤਾ ਦਾ ਵੀ ਗੁਰੂ ਦਾ ਹੀ ਦਰਜਾ ਹੈ, ਜਿਹੜਾ ਸਾਨੂੰ ਅਧਿਆਪਕ ਪੜ੍ਹਾਉਂਦਾ ਉਹਦਾ ਵੀ ਟੀਚਰ ਦਾ ਹੀ ਦਰਜਾ ਹੈ, ਉਹ ਵੀ ਗੁਰੂ ਆ। ਬੜੀ ਵਾਰੀ ਅਸੀਂ ਸੁਣਿਆ ਸਤਸੰਗ ਦੇ ਵਿੱਚ ਕਿ ਇਹ ਸਾਰੇ ਅਲੱਗ-ਅਲੱਗ ਜਿਹੜੇ ਨੇ ਵੀ ਸਾਡੇ ਟੀਚਰ ਨੇ, ਪਰ ਜਿਹੜਾ ਉਸ ਪਰਿਵਾਰ ਦੇ ਰਸਤੇ ਜਿਹੜਾ ਸਾਡਾ ਸਤਿਗੁਰੂ ਜਿਹੜਾ ਸਾਨੂੰ ਆ ਉਹਦੇ ਤੋਂ ਕੋਈ ਚੀਜ਼ ਨਹੀਂ ਉਹਦੇ। ਹੁਣ ਭਾਵੇਂ ਮਾਤਾ ਪਿਤਾ ਹੈ, ਚਾਹੇ ਕੋਈ ਵੱਡੇ ਨੇ ਘਰ ਦੇ ਵਿੱਚ ਦਾਦਾ ਦਾਦੀ ਹੈ, ਕੋਈ ਵੀ ਹੈ, ਉਹ ਆਪਣੇ ਉਸ ਸਤਿਗੁਰਾਂ ਦੇ ਅੱਗੇ ਨਮਸਕਾਰ ਕਰਕੇ ਉਹਨਾਂ ਸਾਰੇ ਪਰਿਵਾਰ ਦੀ ਸੁੱਖ ਮੰਗਦੇ ਨੇ। ਵੱਡੇ ਵੀ ਮੰਗਦੇ ਨੇ, ਛੋਟੇ ਵੀ ਮੰਗਦੇ ਨੇ, ਸਾਰੇ ਕਰਦੇ ਨੇ। ਕੰਮਾਂ ਕਾਰਾਂ ਬਾਰੇ, ਆਪਣੇ ਮਨ ਬਾਰੇ ਸਾਰੇ ਐਸੇ ਉਹਨਾਂ ਨੂੰ ਬੇਨਤੀਆਂ ਕਰਦੇ ਆ। ਹੁਣ ਉਹਨਾਂ ਨੂੰ ਫਰਮਾਇਆ ਕਿ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ, ਕਿ ਬਹੁਤ ਧਨਾੜ ਪੁਰਸ਼ ਵੀ ਹੋਵੇ, ਬੜੀਆਂ ਇਹਦੀਆਂ ਚਾਰੇ ਪਾਸੇ ਦਾ ਸਤਿਕਾਰ ਹੋਵੇ, ਮਾਤਾ ਪਿਤਾ ਸੁਤ ਭਾਈਆਂ ਸਾਜਨ ਸੰਗ, ਕਿ ਇਹ ਮਾਤਾ ਪਿਤਾ ਦਾ ਵੀ ਬੜੇ ਹੁਕਮ ਦੇ ਵਿੱਚ ਹੋਵੇ, ਸਭ ਕੁਝ ਮੰਨਦਾ ਹੋਵੇ, ਭਾਈਆਂ ਨਾਲ ਭਰਾਵਾਂ ਨਾਲ ਸਾਜਨ ਸੰਗ ਕੇ ਇਹਦੇ ਸੱਜਣਾ ਮਿੱਤਰਾਂ ਦੇ ਨਾਲ ਵੀ ਇਹਦੀ ਬੜੀ ਪ੍ਰੀਤ ਹੋਵੇ। ਕਿਉਂਕਿ ਇਹ ਇੱਥੋਂ ਦੇ ਜਿਹੜੇ ਗੁਣ ਨੇ, ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਆਹ ਇਹਦੀ ਕਿਆ ਬਾਤ ਹੈ, ਇਹ ਤੇ ਇਹਦੇ 'ਚ ਮੁਕਤੀ ਹੈ ਜੀ, ਇਹਨੂੰ ਤੇ ਕੋਈ ਗੱਲ ਨਹੀਂ। ਬੜੀ ਵਾਰੀ ਸਾਡੇ ਮਨ 'ਚ ਇਹੋ ਜਿਹੇ ਕਈ ਭੁਲੇਖੇ ਹੁੰਦੇ ਨੇ, ਪਰ ਜੋ ਸਤਿਗੁਰੂ ਮੈਂ ਪਹਿਲਾਂ ਕਿਹਾ ਕਿ ਉਹ ਕਿਸੇ ਗੱਲ ਦਾ ਲਿਹਾਜ਼ ਨਹੀਂ ਕਰਦੇ, ਜੋ ਸੱਚ ਸਾਨੂੰ ਦੱਸਦੇ ਨੇ। ਮੈਂ ਅੱਗੇ ਵੀ ਇੱਕ ਵਾਰ ਦੱਸਿਆ ਸੀ, ਕਿਤੇ ਸਤਿਗੁਰਾਂ ਦੇ ਨਾਲ ਕਿਤੇ ਸੇਵਾ 'ਚ ਜਾਣ ਦਾ ਮੌਕਾ ਮਿਲਿਆ, ਕਿਸੇ ਪਰਿਵਾਰ ਦੇ ਵਿੱਚ ਬੈਠੇ ਸੀ, ਠੀਕ ਹੈ ਸਾਰਾ ਕੁਛ ਹੀ, ਕੋਈ ਸਤਿਗੁਰੂ ਕੋਈ ਮਨਾ ਥੋੜ੍ਹਾ, ਸਾਨੂੰ ਵੀ ਤਾਂ ਉਹੀ ਕਹਿੰਦੇ ਨੇ ਕਿ ਬਈ ਪਹਿਲਾਂ ਇੱਕ ਇਨਸਾਨ ਬਣੀਏ, ਇਨਸਾਨ ਵਾਲਾ ਜਿਹੜਾ ਧਰਮ ਹੈ ਉਹ ਪਹਿਲਾਂ ਪਾਲਣ ਕਰੀਏ। ਮਾਤਾ ਪਿਤਾ ਸੰਸਾਰ ਦੇ ਵਿੱਚ ਰਿਸ਼ਤੇ ਨਾਤੇ ਭੈਣ ਭਰਾ ਸਭ ਦਾ ਹੀ ਕਹਿੰਦੇ ਆਦਰ ਕਰੋ, ਬਈ ਕਿਸੇ ਨੂੰ ਮਾੜਾ ਨਾ ਬੋਲੋ, ਕਿਸੇ ਦਾ ਦਿਲ ਨਾ ਦੁਖਾਓ, ਆਪਣਾ ਆਪਣਾ ਫਰਜ਼ ਜਿਹੜਾ ਆ ਬਖੂਬੀ ਨਿਭਾਓ ਸਾਰੇ। ਪਰ ਸਭ ਕੁਝ ਕਰਦੇ ਕਰਾਉਂਦੇ ਵੀ ਇਸ ਚੀਜ਼ ਨੂੰ ਨਾ ਭੁੱਲੋ ਕਿ ਤੁਹਾਡਾ ਮਕਸਦ ਕੀ ਆਉਣ ਦਾ। ਕਿਉਂਕਿ ਮਾਤਾ ਪਿਤਾ ਇੱਥੇ ਇਕੱਲੇ ਮਨੁੱਖ ਚੋਲੇ 'ਚ ਆਣ ਕੇ ਨਹੀਂ ਮਿਲੇ, ਜਾਂ ਬੱਚੇ ਹੀ ਇੱਥੇ ਆਣ ਕੇ ਮਨੁੱਖ ਚੋਲੇ 'ਚ ਨਹੀਂ ਮਿਲੇ, ਜਾਂ ਰਿਸ਼ਤੇ ਨਾਤੇ ਹੀ ਇੱਥੇ ਆਣ ਕੇ ਨਹੀਂ ਬਣੇ, ਉਹ ਤੇ ਇਸ ਤੋਂ ਨਿਚਲੀਆਂ ਜੁਨੀਆਂ 'ਚ ਵੀ ਹੈਗੇ ਨੇ। ਆ ਗਾਵਾਂ ਮੱਝਾਂ ਸੱਪ ਚਿੜੀਆਂ ਉਹਨਾਂ ਦੇ ਬੱਚੇ ਨਹੀਂ ਹੁੰਦੇ, ਉਹ ਵੀ ਤੇ ਕਿਸੇ ਨਾ ਕਿਸੇ ਦੇ ਮਾਤਾ ਪਿਤਾ ਹੁੰਦੇ ਨੇ। ਕੋਈ ਉਹਨਾਂ ਦੀ ਮਾਤਾ ਵੀ ਹੁੰਦੀ ਹੈ, ਕੋਈ ਪਿਤਾ ਵੀ ਹੁੰਦਾ, ਕੋਈ ਭਰਾ ਵੀ ਹੁੰਦੇ, ਕੋਈ ਭੈਣਾਂ ਵੀ ਹੁੰਦੀਆਂ, ਬਾਕੀ ਰਿਸ਼ਤੇ ਵੀ ਸਾਰੇ ਹੁੰਦੇ ਨੇ। ਉਹ ਤਾਂ ਹਰ ਇੱਕ ਥਾਂ 'ਤੇ ਚੱਲ ਰਹੇ ਨੇ। ਲੇਕਿਨ ਫਿਰ ਵੀ ਜਿਵੇਂ ਦੱਸਿਆ ਕਿ ਸੰਸਾਰ ਦੇ ਵਿੱਚ ਐਸੇ ਉਲਝਣਾਂ ਨੇ, ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ। ਮੈਨੂੰ ਯਾਦ ਜਦੋਂ ਤੁਸੀਂ ਦੱਸ ਰਹੇ ਸੇਵਾ 'ਚ ਗਏ, ਕਿਸੇ ਦੇ ਘਰ ਉੱਥੇ ਸਤਸੰਗ ਤੋਂ ਬਾਅਦ ਕੋਈ ਗੱਲ ਚੱਲ ਰਹੀ ਸੀ, ਸਤਿਗੁਰਾਂ ਦੇ ਸਾਹਮਣੇ ਸਭ ਬੇਨਤੀਆਂ ਕਰ ਰਹੇ ਆਪਣੇ ਨੂੰ, ਅਤੇ ਜਦੋਂ ਪਰਿਵਾਰ ਇਕੱਲਾ ਬੈਠਾ ਸੀ ਅਤੇ ਉਹਨਾਂ ਦੇ ਵਿੱਚੋਂ ਇੱਕ ਬੀਬੀ ਉੱਠ ਕੇ ਕਹਿਣ ਲੱਗੀ ਕਿ ਮਹਾਰਾਜ ਜੀ, ਆਪਣੇ ਨੂੰਹ ਵੱਲੋਂ ਕਹਿਣ ਲੱਗੀ ਕਿ ਮਹਾਰਾਜ ਜੀ ਇੱਥੇ ਵੀ ਕਿਰਪਾ ਕਰੋ, ਇੱਥੇ ਵੀ ਕਿਰਪਾ ਕਰੋ, ਇੱਥੇ ਵੀ ਦਇਆ ਕਰੋ, ਅਤੇ ਇਹਨੂੰ ਵੀ ਕਹੋ ਕਿ ਇਹ ਘਰ 'ਚ ਇਸ ਤਰ੍ਹਾਂ ਚੱਲੇ ਉਸ ਤਰ੍ਹਾਂ ਚੱਲੇ। ਗੁਰੂ ਮੈਂ ਕਹਣ ਲੱਗੇ ਹਾਂ ਬੇਟੇ, ਨਹੀਂ ਬਿਲਕੁਲ, ਵੀ ਆਪਣੇ ਫਰਜ਼ ਪੂਰੇ ਸਾਰੇ ਪੂਰੇ ਕਰੀਏ। ਹੁਣ ਉਹ ਗੱਲ ਕਰਦਿਆਂ ਵਿੱਚੋਂ ਜਦੋਂ ਜਿਹੜੀ ਗੱਲ ਨਿਕਲੀ, ਉਹ ਪਤਾ ਚੱਲਿਆ ਕਿ ਉਹ ਜੋ ਵੀ ਉਹਦੇ ਜਿਹੜੀ ਨੂੰਹ ਸੀ, ਉਹਦਾ ਜਿਹੜਾ ਘਰ ਵਾਲਾ ਸੀ, ਉਹ ਕੋਈ ਥੋੜ੍ਹਾ ਬਹੁਤਾ ਕੋਈ ਬਾਹਰੋਂ ਨਸ਼ਾ ਪੱਤਾ ਕਰਦਾ ਸੀ। ਜਦੋਂ ਉਹਨੇ ਆਉਂਦਾ ਸੀ ਘਰ, ਅਤੇ ਉਹ ਘਰ ਦੀ ਨਾਲ ਲੜਦਾ ਝਗੜਦਾ ਸੀ, ਕੁਝ ਕਈ ਵਾਰੀ ਉਹਨੇ ਕੁਛ ਕਰਨਾ, ਅਤੇ ਉਹਨੇ ਘਰ ਦੀ ਨੇ ਕਈ ਵਾਰੀ ਕਹਿ ਦੇਣਾ ਕਿ ਮੈਂ ਨਹੀਂ ਮਤਲਬ ਤੁਹਾਨੂੰ ਰੋਟੀ ਦੇਣੀ, ਜਾਂ ਮੈਂ ਨਹੀਂ ਕੁਛ ਆਹ ਕਰਨਾ, ਤੁਸੀਂ ਇਸ ਤਰ੍ਹਾਂ ਕਰਕੇ ਹੁੰਦੇ ਹੋ। ਜਾਂ ਕਿਸੇ ਵੇਲੇ ਉਹਨੇ ਹੋਰ ਵੀ ਕੋਈ ਗੱਲ ਹੋਣੀ, ਤੇ ਉਹ ਉਹਦੀ ਸੱਸ ਕਹਿਣ ਲੱਗੀ ਕਿ ਇਹਨੂੰ ਜੀ ਸਮਝਾਓ, ਇਹਨੂੰ ਦੱਸੋ ਕਿ ਪਤੀ ਹੀ ਸਭ ਕੁਛ ਹੁੰਦਾ ਹੈ। ਅਤੇ ਗੱਲ ਕਰਦਿਆਂ ਕਰਦਿਆਂ ਉਹ ਕਹਿਣ ਲੱਗੀ, ਬੀਬੀ ਕਹਿੰਦੀ ਮਹਾਰਾਜ ਜੀ, ਇਹਨੂੰ ਦੱਸੋ, ਇਹਨੂੰ ਸਮਝਾਓ, ਇਹਨੂੰ ਇਹ ਸਾਰਾ ਦਿਨ ਬਾਕੀ ਕਰਦੀ ਰਹਿੰਦੀ ਹੈ ਕਿ ਮੈਂ ਆਹ ਭਜਨ ਸਿਮਰਨ ਜੀ, ਮੈਂ ਇੱਦਾਂ ਜੀ, ਮੈਂ ਸੇਵਾ ਵਿੱਚ ਜਾਣਾ, ਮੈਂ ਉਹ ਕਰਨਾ। ਇਹਨੂੰ ਦੱਸੋ ਕਿ ਜੀ ਪਤੀ ਪਰਮੇਸ਼ਵਰ ਹੁੰਦਾ ਹੈ, ਕਿ ਪਤੀ ਹੀ ਸਭ ਕੁਛ ਹੈ। ਗੁਰਮਾਈ ਥੋੜ੍ਹਾ ਜਿਹਾ ਮੁਸਕਰਾ ਕੇ ਗੁਰਮਾਈ ਕਹਿਣ ਲੱਗੇ, ਹਾਂ ਬਈ ਇਹ ਤਾਂ ਗੱਲ ਠੀਕ ਹੈ, ਪਤੀ ਪਰਮੇਸ਼ਵਰ ਹੁੰਦਾ ਹੈ, ਅਤੇ ਬਈ ਪਤੀ ਤਾਂ ਮੰਨਣਾ ਚਾਹੀਦਾ ਬੇਟੇ, ਪਤੀ ਦਾ ਜੋ ਵੀ ਸਾਡਾ ਫਰਜ਼ ਬਣਦਾ ਹੈ। ਪਰ ਫਿਰ ਸਤਿਗੁਰਾਂ ਨੇ ਪਹਿਲਾਂ ਉਹਨਾਂ ਨੂੰ ਦਿਲਾਸਾ ਦਿੱਤਾ, ਫਿਰ ਜੋ ਉਹਦੀ ਅਸਲੀਅਤ ਸੀ ਫਿਰ ਉਹ ਦੱਸੀ। ਗੁਰਮੁਖ ਫਰਮਾਉਣ ਲੱਗੇ ਕਿ ਬੇਟੇ, ਜਿਹਦੇ ਵਾਸਤੇ ਲਫ਼ਜ਼ ਵਰਤਿਆ ਗਿਆ ਪਤੀ ਪਰਮੇਸ਼ਵਰ, ਉਹ ਕੁਛ ਹੋਰ ਜਗ੍ਹਾ 'ਤੇ ਹੈ। ਸਤਿਗੁਰੂ ਫਰਮਾਉਣ ਲੱਗੇ ਕਿ ਜਿਹੜਾ ਸੰਸਾਰੀ ਤੌਰ 'ਤੇ ਪਤੀ, ਉਹ ਪਤੀ ਹੀ ਹੈ,
ਜਿਹੜਾ ਪਰਮੇਸ਼ਵਰ ਆ, ਜਿਹਨੇ ਦੁਨੀਆ ਬਣਾਈ, ਜਿਹੜਾ ਸਾਨੂੰ ਬਣਾਇਆ, ਜਿਹੜਾ ਚਲਾ ਰਿਹਾ, ਉਹ ਪਰਮੇਸ਼ਵਰ ਹੀ ਹੈ। ਹੁਣ ਜਿਹੜਾ ਬਈ ਅਸੀਂ ਕੰਮ ਕਰਨਾ ਸੰਸਾਰੀ ਘਰ-ਬਾਰ ਦੇ ਵਿੱਚ, ਅਸੀਂ ਸਾਰੀ ਸੇਵਾ ਕਰਨੀ ਹੈ, ਬੱਚਿਆਂ ਨੂੰ ਪਾਲਣਾ ਪੋਸਣਾ ਕਰਨੀ ਹੈ, ਇਹ ਵੀ ਸਾਡੇ ਫਰਜ਼ ਨੇ। ਗੁਰੂ ਮਹਾਰਾਜ ਜੀ ਤੋਂ ਮਨਾ ਨਹੀਂ ਕਰਦੇ। ਸਤਿਗੁਰਾਂ ਨੇ ਨਹੀਂ ਸਾਨੂੰ ਕਿਹਾ ਕਿ ਵਿਆਹ ਸ਼ਾਦੀਆਂ ਨਹੀਂ ਕਰਨੀਆਂ ਜਾਂ ਬੱਚਿਆਂ ਨੂੰ ਨਹੀਂ ਜਨਮ ਦੇਣਾ ਜਾਂ ਕੋਈ ਕੰਮ ਕਾਰ ਨਹੀਂ ਕਰਨਾ। ਉਹ ਕਹਿੰਦੇ ਸਭ ਕੁਝ ਕਰਨਾ ਹੈ। ਪਰ ਸਾਰੇ ਕੁਝ ਕਰਦਿਆਂ ਕਰਦਿਆਂ ਉਹਨਾਂ ਨੇ ਕਿਹਾ ਕਿ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ, ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ 'ਚ ਰਹਿੰਦੇ ਆਪਣੇ ਆਪ ਨੂੰ ਵੱਖਰਾ ਰੱਖਦਾ ਹੈ, ਜਿਸ ਤਰ੍ਹਾਂ ਮੁਰਗਾਬੀ ਪੰਛੀ ਜਿਹੜਾ ਆ ਆਪਣਾ ਪਾਣੀ ਦੇ ਵਿੱਚ ਉਹਦਾ ਸ਼ਿਕਾਰ ਹੈ, ਉਹਦਾ ਭੋਜਨ ਹੈ, ਪਰ ਉਹ ਪਾਣੀ ਦੇ ਵਿੱਚ ਜਾਂਦੀ ਹੈ, ਜਦੋਂ ਮੱਛੀ ਫੜ ਕੇ ਬਾਹਰ ਨਿਕਲਦੀ ਹੈ ਤਾਂ ਸੁੱਕੇ ਪਰਾਂ ਨਾਲ ਫਿਰ ਉੱਡ ਜਾਂਦੀ ਹੈ, ਉਹਦੇ ਵਿੱਚ ਫੜੀ ਨਹੀਂ ਜਾਂਦੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਈ ਅਸੀਂ ਵੀ ਸਭ ਕੁਝ ਕਰਨਾ ਹੈ, ਪਰ ਇਹਨੂੰ ਚੰਬੜ ਨਹੀਂ ਜਾਣਾ, ਇਹ ਤੋਂ ਬਾਹਰ ਰਹਿਣਾ। ਤੇ ਗੁਰੂ ਮੈਂ ਉਹਨੂੰ ਦੱਸਿਆ ਕਿ ਬੇਟੇ ਠੀਕ ਹੈ, ਸਾਰਾ ਕੁਝ ਕਰਨਾ ਹੈ, ਪਰ ਬਈ ਇਕੱਲਾ ਇਹ ਨਹੀਂ ਕਿ ਇਹਦੇ ਵਿੱਚ ਹੀ ਉਲਝ ਕੇ ਕਿ ਇਹਦੇ ਵਿੱਚ ਹੀ ਸਾਰਾ ਆਪਣਾ ਜੀਵਨ ਬਰਬਾਦ ਕਰ ਲੈਣਾ ਹੈ। ਜਿਸ ਤਰ੍ਹਾਂ ਸੰਸਾਰੀ ਨਾਤੇ ਬਾਕੀ ਅਸੀਂ ਸਾਰੇ ਕਰਦੇ ਪਏ ਹਾਂ, ਇਸੇ ਤਰ੍ਹਾਂ ਬਈ ਜਿਹੜਾ ਸਤਿਗੁਰਾਂ ਦਾ ਜਿਹੜਾ ਰਹਿਣਾ ਉਹ ਵੀ ਸਾਡੇ ਤੇ ਹੈਗਾ ਹੈ। ਸਾਨੂੰ ਉਹਨਾਂ ਮਨੁੱਖ ਚੋਲਾ ਦਿੱਤਾ, ਅੱਛਾ ਘਰ-ਬਾਰ ਦਿੱਤਾ, ਤੰਦਰੁਸਤੀ ਦਿੱਤੀ ਹੈ, ਤੇ ਬਈ ਉਹਨਾਂ ਦਾ ਵੀ ਸ਼ੁਕਰਾਨਾ ਜਿਹੜਾ ਕਰਨਾ ਹੈ ਉਹ ਵੀ ਜ਼ਰੂਰੀ ਹੈ, ਉਹਦਾ ਵੀ ਨਿਯਮ ਅਸੀਂ ਬਣਾਈਏ। ਹੁਣ ਇਸੇ ਤਰ੍ਹਾਂ ਜਿਸ ਨੂੰ ਫਰਮਾਇਆ ਕਿ ਮਾਤ ਪਿਤਾ ਸੁੱਤ ਭਾਈਆਂ ਸਾਜਨ ਸੰਗ ਪ੍ਰੀਤ, ਕਹਿੰਦੇ ਕਿ ਇਹ ਵੀ ਕੰਮਾਂ ਦੇ ਵਿੱਚ ਮਨੁੱਖ ਪੂਰਾ ਹੋਵੇ, ਬਿਲਕੁਲ ਸਾਰੇ ਜਿਹੜੇ ਆਪਣੇ ਕੰਮਕਾਰ ਪੂਰੇ ਕਰਦਾ ਹੋਵੇ। ਅੱਗੇ ਫਰਮਾਇਆ ਲਸ਼ਕਰ ਤਰਕਸ਼ਪੰਦ ਬੰਦ ਜਿਉ ਸਗਲੀ ਕੀਤ, ਬਾਹਰਲੇ ਤੌਰ ਦੇ ਉੱਤੇ ਵੀ ਪੂਰਾ ਹੋਵੇ, ਕਿਸੇ ਤਰ੍ਹਾਂ ਦੀ ਇਹਨੂੰ ਨਾ ਹੋਵੇ। ਇਹਦੇ ਅੱਗੇ ਪਿੱਛੇ ਜਿਸ ਤਰ੍ਹਾਂ ਉਹਨੇ ਕਿਹਾ ਕਿ ਲਸ਼ਕਰ ਜਿਹੜੇ ਐ ਬਿਲਕੁਲ ਲਸ਼ਕਰ ਇਹਦੇ ਅੱਗੇ ਪਿੱਛੇ ਇੰਨੀ ਇਹਦੀ ਤਾਕਤ ਹੋਵੇ, ਅੱਗੇ ਪਿੱਛੇ ਇਹਦੀ ਸੈਨਾ ਚੱਲਦੀ ਹੋਵੇ, ਤਰਕਸ਼ਬੰਦ ਤੀਰ ਕਮਾਨਾਂ ਵਾਲੇ ਜਿਹੜੇ ਆ ਐ ਯੋਧੇ ਜਿਹੜੇ ਆ ਇਹਨੂੰ ਸਲਾਮਾਂ ਕਰਦੇ ਹੋਣ ਸਾਰੇ ਹੀ, ਕੋਈ ਵੀ ਇਹਦੀ ਕੋਈ ਨਜ਼ਰਦਾਜੀ ਨਾ ਕਰੇ, ਇਹਦੀ ਜੀ ਹਜ਼ੂਰੀ ਕਰੇ, ਜੀ ਕਰਦੇ ਫਿਰਨ ਇਹਦੇ ਅੱਗੇ ਪਿੱਛੇ। ਤੇ ਪਰ ਫਿਰ ਕੀ ਉਹਨੇ ਫਰਮਾਇਆ ਕਿ ਸਭ ਕੁਝ ਕਰਦਿਆਂ ਕਰਾਉਂਦਿਆਂ ਵੀ ਕਿ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ, ਕਹਿੰਦੇ ਜੇ ਫਿਰ ਸਭ ਕੁਝ ਕਰਦਿਆਂ ਕਰਾਇਆ ਇਹਦੇ ਮਨ ਦੇ ਵਿੱਚ ਸਤਿਗੁਰਾਂ ਦਾ ਭੈ ਨਹੀਂ ਹੈ, ਇਹਦੇ ਅੰਦਰ ਪਰਮਾਤਮਾ ਦਾ ਕੋਈ ਡਰ ਨਹੀਂ ਹੈ, ਇਹਦੇ ਅੰਦਰ ਉਹ ਚਿੱਤ ਦੇ ਵਿੱਚ ਪਰਮਾਤਮਾ ਨਹੀਂ ਵਸਿਆ, ਤੇ ਕਹਿੰਦੇ ਕਿ ਯਮਦੂਤ ਜਿਹੜੇ ਆ, ਯਮਾਂ ਦੇ ਜਿਹੜੇ ਦੂਤ ਨੇ, ਉਹ ਇਹਨੂੰ ਖਿੱਚ ਕੇ ਨਰਕਾਂ ਦੇ ਵਿੱਚ ਲੈ ਕੇ ਜਾਣਗੇ, ਇਹਨੂੰ ਛੱਡਣਗੇ ਨਹੀਂ। ਫਿਰ ਸਭ ਕੁਝ ਦੇਖੋ, ਮਤਲਬ ਕਿ ਸੰਸਾਰੀ ਨਿਯਮ ਸਾਰੇ ਪੂਰੇ ਨੇ ਕੀਤੇ, ਪਰ ਫਿਰ ਵੀ ਕਿਉਂਕਿ ਸਤਿਗੁਰਾਂ ਨੇ ਤੇ ਸਾਫ਼ ਹੀ ਫਰਮਾਉਣਾ ਕਿ ਬਈ ਇੱਥੇ ਕੋਈ ਚੀਜ਼ ਵੀ ਸੱਚੀ ਨਹੀਂ ਹੈਗੀ। ਇਹ ਸਭ ਕੁਝ ਜਿਹੜੇ ਆਪਣੇ ਆਪਣੇ ਕਰਮਾਂ ਦੇ ਕਰਕੇ ਲੇਖੇ ਜੋਖੇ ਨੇ, ਕੋਈ ਪਿਓ ਬਣ ਗਿਆ, ਕੋਈ ਪੁੱਤਰ ਬਣ ਗਿਆ, ਕੋਈ ਧੀ ਬਣ ਗਈ, ਕੋਈ ਜਵਾਈ ਬਣ ਗਿਆ, ਸਭ ਆਪਣੇ ਕਰਮਾਂ ਦਾ ਲੈਣਾ ਦੇਣਾ ਕਰਨ ਵਾਸਤੇ ਆਏ। ਇਹ ਕਰਦਿਆਂ ਕਰਾਉਂਦਿਆਂ ਇੱਕ ਜਿਹੜਾ ਅਸਲੀ ਕੰਮ ਆ ਉਹ ਨਹੀਂ ਭੁੱਲਣਾ ਕਦੇ। ਜੇ ਉਹ ਨਾ ਸਾਨੂੰ ਚੇਤੇ ਰਿਹਾ, ਉਹਦੇ ਵਿੱਚੋਂ ਅਸੀਂ ਰਹਿ ਗਏ, ਤੇ ਸਾਰੇ ਕੰਮ ਕੀਤੇ ਕਰਾਏ ਜਿਹੜੇ ਉਹਨਾਂ ਨੇ ਕਿਹਾ ਕਿ ਕਿਸੇ ਕੰਮ ਨਹੀਂ ਆਉਣੇ। ਇਸ ਕਰਕੇ ਸਾਫ਼ ਕਰ ਦਿੱਤਾ ਕਿ ਚੇਤਨਾ ਆਇਓ ਪਾਰ ਬ੍ਰਹਮ ਦਾ ਖੜ ਰਸਾ ਤਲਦੀਤ, ਕਿ ਬਈ ਯਮਨ ਦੇ ਜਿਹੜੇ ਦੂਤ ਨੇ ਜਿਹੜੇ ਆ ਬਈ ਖਿੱਚ ਕੇ ਇਹਨੂੰ ਨਰਕਾਂ ਦੇ ਵਿੱਚ ਲੈ ਜਾਣਗੇ, ਇਹ ਬਚ ਨਹੀਂ ਸਕਦਾ ਉਹਨਾਂ ਤੋਂ। ਹਾਂਜੀ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ, ਕਹਿੰਦੇ ਕਾਇਆ ਨੂੰ ਵੀ ਇਹਦੇ ਨੂੰ ਕਦੀ ਕੋਈ ਰੋਗ ਨਾ ਲੱਗਾ ਹੋਵੇ, ਕੋਈ ਵੀ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਇਹਦੇ ਵਿੱਚ ਕੋਈ ਰੋਗ ਨਾ ਹੋਵੇ, ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਮੁਸ਼ਕਿਲ ਜਾਂ ਇਹਨੂੰ ਕਿਸੇ ਤਰ੍ਹਾਂ ਦੇ ਇਹਨੂੰ ਕੋਈ ਦਾਗ ਨਾ ਲੱਗਾ ਹੋਵੇ। ਜਿਸ ਤਰ੍ਹਾਂ ਸੰਸਾਰੀ ਤੌਰ ਦੇ ਉੱਤੇ ਹੁੰਦਾ ਹੈ ਕਿਸੇ ਤਰ੍ਹਾਂ ਦਾ ਕਿ ਕਿਸੇ ਨੂੰ ਕਿਸੇ ਗੱਲ ਦੀ ਕਮੀ ਹੈ, ਕਿਸੇ ਨੂੰ ਕਿਸੇ ਗੱਲ ਦੀ ਕਮੀ ਹੈ। ਉਹਨੂੰ ਫਰਮਾਇਆ ਕਾਇਆ ਰੋਗ ਨਾ ਛਿਦਰ ਕੁਛ, ਨਾ ਕੁਛ ਕਾੜਾ ਸੋਗ, ਨਾ ਹੀ ਇਹਨੂੰ ਕੋਈ ਕਦੀ ਅੱਜ ਤੱਕ ਕੋਈ ਦੁੱਖ ਹੀ ਆਇਆ ਹੋਵੇ, ਕਿਉਂਕਿ ਇਹਨਾਂ ਚੀਜ਼ਾਂ ਨਾਲ ਵੀ ਮਨ ਨੂੰ ਬੜਾ ਫਰਕ ਪੈਂਦਾ ਹੈ। ਕਈ ਵਾਰੀ ਜਦੋਂ ਅਸੀਂ ਸਹੀ ਸਭ ਕੁਝ ਸਲਾਮਤ ਹੁੰਦਾ, ਉਦੋਂ ਅਸੀਂ ਕਹਿੰਦੇ ਕਿਆ ਬਾਤਾਂ ਨੇ, ਕਿਆ ਬਾਤਾਂ ਨੇ, ਸਾਡਾ ਤੇ ਜੀ ਸਭ ਕੁਝ ਪੂਰਾ। ਦੇਖੋ ਜੀ, ਸਾਨੂੰ ਕੋਈ ਕਿਸੇ ਚੀਜ਼ ਦੀ ਕੋਈ ਕਮੀ ਹੈ? ਅਸੀਂ ਸਹੀ ਚੱਲ ਰਹੇ ਹਾਂ, ਸਭ ਕੁਝ ਇੱਦਾਂ ਹੋ ਰਿਹਾ। ਉਹਦੇ ਬਾਰੇ ਗੱਲ ਕਰ ਰਹੇ ਨੇ, ਕਹਿੰਦੇ ਨੇ ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਹਾਂਜੀ ਅੱਗੇ ਮਿਰਤ ਨਾ ਆਵੀ ਚਿਤ ਤਿਸ, ਅਹਨਿਸ
ਕਹਿੰਦੇ ਕਦੀ ਇਹਦੇ ਮਨ ਦੇ ਵਿੱਚ ਮੌਤ ਦਾ ਡਰ ਨਾ ਆਇਆ ਹੋਵੇ, ਕਦੀ ਵੀ ਇਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਾ ਆਇਆ ਹੋਵੇ। ਦਿਨ ਰਾਤ ਇਹ ਭੋਗਾਂ 'ਚ ਫਿਰਦਾ ਹੋਵੇ, ਖਾਂਦਾ ਪੀਂਦਾ ਹੋਵੇ, ਸਭ ਜਿੰਨੇ ਤਰ੍ਹਾਂ ਦੇ ਇੱਥੇ ਸਵਾਦ ਸਭ ਭੋਗਦਾ ਹੋਵੇ, ਫਿਰ ਵੀ ਇਹਦਾ ਉਹ ਕੰਮ ਨਹੀਂ ਬਣਨਾ। ਕਿਉਂਕਿ ਕਈ ਵਾਰੀ ਸਾਡੇ ਕੋਲ ਬਾਹਰਲੇ ਤੌਰ 'ਤੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ, ਸਾਡੇ 'ਤੇ ਮਹਾਰਾਜ ਦੀ ਬਹੁਤ ਕਿਰਪਾ ਹੈ, ਸਾਡੇ 'ਤੇ ਮਹਾਰਾਜ ਦੀ ਬਹੁਤ ਕਿਰਪਾ ਹੈ। ਬਈ ਕਿਰਪਾ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਕਿਰਪਾ ਕੀਏ, ਇਹਦੇ ਅੰਦਰ ਦਇਆ ਹੋਵੇ, ਇਹਦੇ ਮਨ 'ਚ ਸਤਿਗੁਰਾਂ ਦਾ ਡਰ ਪਿਆ ਹੋਵੇ, ਇਹ ਹਮੇਸ਼ਾ ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹਿੰਦਾ ਹੋਵੇ। ਹਾਂ, ਫਿਰ ਬਾਕੀ ਚੀਜ਼ਾਂ ਵੀ ਸਾਰੀਆਂ ਜਿਹੜੀਆਂ ਨੇ ਉਹ ਸੋਨੇ 'ਤੇ ਸੁਹਾਗਾ ਹੈ, ਫਿਰ ਇੱਥੇ ਦਇਆ ਹੈ। ਜੇ ਇਹ ਉਹ ਸਤਿਗੁਰਾਂ ਦਾ ਡਰ ਪਿਆ ਤੇ ਹੁਕਮ ਦੇ ਵਿੱਚ ਨਹੀਂ ਚੱਲ ਰਿਹਾ, ਤੇ ਫਿਰ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਇਹਦਾ ਕੁਝ ਸਵਾਰ ਨਹੀਂ ਸਕਦੀਆਂ। ਹਾਂਜੀ। ਸਭ ਕਿਛ ਕਤੀ ਕੀਤੋਂ ਨ ਆਪਣਾ, ਜੀਨ ਸੰਕ ਧਰਿਆ, ਚਿਤਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਭਰਿਆ। ਫਰਮਾਉਂਦੇ ਨੇ ਕਿ ਸਭ ਕੁਝ, ਕੋਈ ਦੁਨੀਆ ਦਾ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਕੋਈ ਵੀ ਕੰਮ ਨਾ ਇਹਨੇ ਛੱਡਿਆ ਹੋਵੇ, ਕਿਉਂਕਿ ਸਭ ਕੁਝ ਕੀਰਤਨ ਆਪਣਾ, ਜਿੰਨੇ ਵੀ ਇੱਥੇ ਕੰਮ ਕਰਨੇ, ਜੋ ਵੀ ਇਹ ਕਹਿੰਦਾ ਹੈ ਸਭ ਇਹਨੇ ਕਰ ਲਵੇ। ਸਭ ਕੁਝ ਕੀਰਤਨ ਆਪਣਾ, ਜੀ ਨਾ ਸੰਕ ਧਰਿਆ, ਜਿੰਨਾ ਇਹਦੇ ਮਨ 'ਚ ਕਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਾ ਆਈ ਹੋਵੇ। ਕਈ ਵਾਰੀ ਸਾਡੇ ਮਨ 'ਚ ਹੁੰਦਾ ਹੈ ਨਾ, ਕਈ ਕਹਿ ਦਿੰਦੇ ਆ ਕਿ ਬਈ ਆਹ ਚੀਜ਼ ਨਹੀਂ ਪੂਰੀ ਹੋਈ, ਉਹ ਚੀਜ਼ ਨਹੀਂ ਪੂਰੀ ਹੋਈ, ਸਾਡਾ ਇੱਦਾਂ। ਕਹਿੰਦੇ ਸਾਰਾ ਕੁਛ ਹੀ ਇਹਨੇ ਕਰ ਰਿਹਾ ਹੋਵੇ ਆਪਣਾ, ਕੋਈ ਕੰਮ ਨਾ ਇਹਨੇ ਛੱਡਿਆ ਹੋਵੇ, ਸਾਰੇ ਪਾਸੋਂ ਇਹਨੂੰ ਮਤਲਬ ਐਂ ਬਿਲਕੁਲ ਹੋਵੇ। ਪਰ ਫਿਰ ਫਰਮਾਇਆ ਕਿ ਚਿਤ ਨਾ ਆਇਓ ਪਾਰ ਬ੍ਰਹਮ, ਜੰਗ ਕੰਕਰ ਵਸ ਭਰਿਆ। ਕਹਿੰਦੇ ਸਭ ਕੁਛ ਇਹਦਾ ਪੂਰਾ ਹੋਵੇ। ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਦੱਸਿਆ ਕਿ ਕਾਇਆ ਰੋਗ ਨਾ ਸਿੱਧਰ ਕੁਛ, ਨਾ ਕੁਛ ਕਾੜਾ ਸੋਗ, ਮਿਰਤ ਨਾ ਆਵੀ ਚਿਤ ਤਿਸ, ਐਸਨ ਭੋਗੇ ਭੋਗ। ਹਰ ਵੇਲੇ ਉਸ ਵਿੱਚ ਮਸਤ ਰਹਿੰਦਾ ਹੋਵੇ, ਕਿਸੇ ਤਰ੍ਹਾਂ ਦੇ ਇਹਦੇ ਮਨ 'ਚ ਸ਼ੰਕਾ, ਕੋਈ ਡਰ ਨਾ ਹੋਵੇ। ਪਰ ਉਹ ਕਹਿੰਦੇ ਕਿ ਇਹ ਗਰੰਟੀ ਨਹੀਂ ਫਿਰ ਵੀ। ਇਸ ਕਰਕੇ ਹਮੇਸ਼ਾ ਕੀ ਦੇਖਣਾ ਕੀ ਹੈ, ਹਰ ਵੇਲੇ ਨਜ਼ਰ ਇਸ ਚੀਜ਼ ਰੱਖਣੀ ਹੈ ਕਿ ਬਈ ਅੰਦਰ ਸਤਿਗੁਰ ਵਸਿਆ ਹੈਗਾ ਕਿ ਨਹੀਂ। ਅੰਦਰ ਕਿਤੇ ਉਹੀ ਤਾਂ ਨਹੀਂ ਕਿ ਕਾਲੀ ਆਣ ਕੇ ਬਈ ਉਹਨੇ ਪਹਿਰਾ ਦਿੱਤਾ ਹੋਵੇ ਕਿ ਠੀਕ ਹੈ ਜੀ, ਇਹਨੂੰ ਕੋਈ ਬੰਦਾ ਹੀ ਨਾ ਦਿਸਦਾ ਹੋਵੇ, ਇਹਨੂੰ ਕੋਈ, ਇਹਨੂੰ ਸਭ ਕੁਛ ਹੀ ਭੁੱਲਿਆ ਹੀ ਹੋਵੇ, ਇਹਨੂੰ ਸਭ ਕੁਛ। ਇਹਨਾਂ ਚੀਜ਼ਾਂ ਨੂੰ ਇਹ ਨਹੀਂ ਸਮਝੀ ਜਾ ਰਿਹਾ ਕਿ ਉਹੀ ਜੀਵਨ ਹੈ ਕਿਤੇ। ਕਹਿੰਦੇ ਸਭ ਕੁਛ ਵੀ ਹੋਵੇ ਪਰ ਚੇਤਨਾ ਆਇਓ ਪਾਰ ਬ੍ਰਹਮ, ਤੇ ਜਮ ਕੰਕਰ ਵਸ ਪੜਿਆ। ਕਹਿੰਦੇ ਜਮਾਂ ਦੇ ਹਵਾਲੇ ਇਹ ਹੋ ਜਾਵੇਗਾ ਜੇ ਇਹਦੇ ਮਨ ਦੇ ਵਿੱਚ ਸਤਿਗੁਰਾਂ ਦਾ ਭਰੋਸਾ ਨਾ ਬਣਿਆ। ਕਿਉਂਕਿ ਕੋਈ ਚੀਜ਼ ਇਹਨੂੰ ਹੋਰ ਕੋਈ ਬਚਾਉਣ ਵਾਲੀ ਨਹੀਂ ਹੈ। ਕਿਉਂਕਿ ਜੇ ਇਹਨੂੰ ਮੌਕਾ ਮਿਲਿਆ, ਭਰੋਸਾ ਨਾ ਬਣਿਆ, ਤੇ ਜਿੱਥੇ ਮੰਨ ਲਓ ਇਹਨੂੰ ਕੋਈ ਐਸਾ, ਜਦੋਂ ਇਹਨੂੰ ਕੋਈ ਮੁਸ਼ਕਲ ਪਏਗੀ, ਸਤਿਗੁਰਾਂ ਨੇ ਫਰਮਾਉਣਾ ਕਿ ਬਾਹਰ ਤੇ ਜਿਹੜਾ ਧੋਖਾ ਹੈਗਾ, ਬਾਹਰ ਨਾਲੋਂ ਅੰਦਰ ਬਹੁਤ ਜ਼ਿਆਦਾ ਧੋਖਾ ਹੈ। ਅਸੀਂ ਬਾਹਰ ਹੀ ਥੜਕਦੇ ਜਾਂਦੇ ਹਾਂ, ਬਾਹਰ ਹੀ ਅਸੀਂ ਸਤਿਗੁਰਾਂ ਦਾ ਕਦੀ ਮਾਣ ਨਹੀਂ ਆਉਂਦਾ, ਸਤਿਗੁਰਾਂ ਦਾ ਕਦੀ ਭਰੋਸਾ ਨਹੀਂ ਆਉਂਦਾ, ਤੇ ਅੰਦਰ ਦੀ ਕੀ ਹਾਲਤ ਹੋਏਗੀ। ਬਾਹਰ ਤਾਂ ਸਾਨੂੰ ਹੋਸ਼ ਹੀ ਸਾਰੀ ਜਿੰਦੇ ਜਾਗਦੇ ਪਤਾ ਹੈ, ਯਾਦ ਵੀ ਹੁੰਦਾ ਹੈ ਕਿ ਹਾਂ ਬਈ ਵਾਕਈ ਹੀ ਬਈ ਹੋਰ ਆਹ ਚੀਜ਼ ਜਿਹੜੀ ਆ ਕਿੱਥੋਂ ਮਿਲਣੀ ਹੈ। ਪਰ ਫਿਰ ਵੀ ਉਹ ਸਾਨੂੰ ਉਹਨਾਂ ਭਰੋਸਾ ਨਹੀਂ ਵੱਜਦਾ, ਉਹ ਜਿਹੜੀ ਸਤਿਗੁਰਾਂ ਦੀ ਚਾਲ ਜਿਹੜੀ ਉਹ ਅਸੀਂ ਉੱਥੇ ਨਹੀਂ ਚੱਲਦੇ। ਹੁਣ ਕਈ ਵਾਰੀ ਅਸੀਂ ਸੁੱਤੇ ਉੱਠਦੇ ਹਾਂ, ਸੁਪਨਾ ਆਇਆ ਹੁੰਦਾ, ਕੋਈ ਸੁਪਨੇ ਦੇ ਵਿੱਚ ਕੋਈ ਐਸੀ ਕੋਈ ਸਥਿਤੀ ਬਣੀ ਹੁੰਦੀ ਹੈ, ਤੇ ਅਸੀਂ ਸੋਚਦੇ ਓਹੋ ਉਦੋਂ ਮੈਨੂੰ ਆਹ ਕਿਉਂ ਨਹੀਂ ਚੇਤਾ ਆਇਆ, ਸੁਪਨੇ ਦੇ ਵਿੱਚ ਆਹ ਕਿਉਂ ਨਹੀਂ ਯਾਦ ਆਇਆ। ਕਿਉਂਕਿ ਪਕਿਆਈ ਨਹੀਂ ਹੋਈ, ਕਦੀ ਪਕਿਆਈ ਨਾ ਹੋਈ ਤੇ ਬਈ ਉਹ ਗੱਲ ਨਹੀਂ ਬਣਨੀ। ਠੀਕ ਹੈ, ਸਤਿਗੁਰ ਦਇਆ ਕਿਰਪਾ ਕਰਦੇ ਨੇ, ਹਮੇਸ਼ਾ ਹੀ ਅੰਗ ਸੰਗ ਨੇ, ਪਰ ਸਤਿਗੁਰ ਫਰਮਾਉਂਦੇ ਨੇ ਕਿ ਜੋ ਇਹਦੀ ਡਿਊਟੀ ਹੈ, ਉਹ ਜੋ ਇਹਨੂੰ ਹੁਕਮ ਲੱਗਦਾ ਹੈ ਉਹ ਇਹ ਪੂਰਾ ਕਰੇ ਜ਼ਰੂਰ। ਜੇ ਆਪਣੀ ਡਿਊਟੀ ਨਹੀਂ ਕਰਦਾ, ਜੇ ਆਪਣਾ ਉਹ ਕੰਮ ਨਹੀਂ ਕਰਦਾ, ਤੇ ਫਿਰ ਬਈ ਜਿਹੜਾ ਹਮੇਸ਼ਾ ਹੀ ਉਹ ਜਿਹੜੀ ਖਤਰਾ ਜਿਹੜਾ ਇਹਨ ਤੇ ਮੰਡਰਾਉਂਦਾ ਰਹਿੰਦਾ ਹੈ। ਮੈਂ ਕਈ ਵਾਰੀ ਦੱਸਦਾ ਹੈ ਕਿ ਚਾਹੇ ਕਿਸੇ ਟਾਈਮ ਦਾ ਇਤਿਹਾਸ ਲੈ ਲਈਏ, ਜੋ ਵੀ ਟਾਈਮ ਦੇ ਉੱਤੇ ਸੰਤ ਮਹਾਤਮਾ ਆਏ, ਉਹਨਾਂ ਨੇ ਜੋ ਵਚਨ ਫਰਮਾਏ,
बड़े बड़िया उन्हां दीयां पोथियां ग्रंथ बहुत कुछ सब कुछ बनया। ਅਸੀਂ दिन रात उन्हां दा गुणगान करते हैं, पाठ करते हैं, जपते हैं, सुनाते हैं, सुनते हैं, सब कुछ करते हैं, पर ਉਹਦੇ ਤੇ ਵਿਚਾਰ ਕਰਕੇ ਉੱਤੇ ਚੱਲਣ ਦੀ ਕਦੀ ਕੋਸ਼ਿਸ਼ ਨਹੀਂ ਕਰਦੇ। टाइम ਦੇ ਨਾਲ ਉਸ ਚੀਜ਼ ਨੂੰ ਆਪਣੇ ਮਨ ਮੁਤਾਬਕ ਅਸੀਂ ਬਦਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ, ਉਹਨੂੰ ਕੋਈ ਮੋੜ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪਰ ਚਾਹੀਦਾ ਕੀ ਹੈ? ਅਸੀਂ ਕੋਈ ਏਡੇ ਕੋਈ ਉਹ ਨਹੀਂ, ਕੋਈ ਵਿਦਵਾਨ ਸਿਆਣੇ ਨਹੀਂ ਆ ਕਿ ਜਿਹੜਾ ਕੋਈ ਆਪਣੀ ਉਸ ਬੁੱਧ ਦੇ ਨਾਲ ਅਸੀਂ ਇੱਥੋਂ ਨਿਕਲ ਜਾਵਾਂਗੇ। ਤੇ ਚਾਹੀਦਾ ਕੀ ਸੀ ਕਿ ਠੀਕ ਹੈ, ਹਮੇਸ਼ਾ ਠੀਕ ਹੈ ਗਲਤੀ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਗਲਤੀ ਮੰਨ ਕੇ ਬਾਈ ਸਤਿਗੁਰਾਂ ਦੇ ਅੱਗੇ ਅਰਜ਼ ਕਰਕੇ ਉਹਦੇ ਅੱਗੇ ਤੋਂ ਪੱਕਾ ਹੋਵੇ ਕਿ ਨਹੀਂ ਹੁਣ ਮੈਂ ਇਸ ਹੁਕਮ ਦੇ ਉੱਤੇ ਚੱਲਾਂਗਾ। ਜਿਹੜੇ ਜਿਹੜੇ ਉਹਨੇ ਵਚਨ ਫਰਮਾਏ ਉਹਨੂੰ ਉਹਨਾਂ ਤੇ ਪੱਕੀ ਹੋਈ ਹੈ। ਮੈਂ ਕਈ ਵਾਰੀ ਦੱਸਿਆ ਗੁਰੂ ਮਹਾਰਾਜ ਨੇ ਫਰਮਾਉਣਾ ਕਿ ਜਿਸ ਤਰ੍ਹਾਂ ਅੱਜ ਵੀ ਸਾਰੇ ਵਚਨ ਆ ਰਹੇ ਨੇ ਸਤਿਗੁਰਾਂ ਦੇ ਕਵਚ ਨੇ, ਉਹਨਾਂ ਕਈ ਵਾਰੀ ਸਤਸੰਗ 'ਚ ਰੁਕ ਕੇ ਜਿਸ ਤਰ੍ਹਾਂ ਕਹਿਣਾ ਕਿ ਸੋਚੋ ਸੋਚੋ ਤੁਹਾਡਾ ਦੁਨੀਆ 'ਚ ਕੌਣ ਹੈ। ਬਹੁਤ ਵਾਰ ਵਿੱਚ ਵਚਨ ਆਉਂਦੇ, ਪਰ ਵੇਖੋ ਬਾਰ ਬਾਰ ਕਹਿੰਦੇ ਸੋਚੋ ਤੁਹਾਡਾ ਦੁਨੀਆ 'ਚ ਕੌਣ ਹੈ। ਪਰ ਵਾਕਈ ਹੀ ਅਸੀਂ ਕਦੀ ਵਿਚਾਰਨੇ, ਅਸੀਂ ਤੇ ਇਹੋ ਹੀ ਕਹਿੰਦੇ ਹਾਂ ਕਿ ਨਹੀਂ, ਦੁਨੀਆ ਪਾਸੇ ਸਾਰੀ ਸਾਡੇ ਵਾਸਤੇ ਹੀ ਹੈ। ਪਰ ਸਤਿਗੁਰਾਂ ਨੇ ਜੋ ਸੱਚਾਈ ਦੱਸੀ, ਉਹਨੇ ਕਿਹਾ ਕਿ ਇੱਕ ਇੱਕ ਚੀਜ਼ ਦੱਸ ਦਿੱਤੀ ਹੈ ਕਿ ਕੋਈ ਵੀ ਤੁਹਾਡਾ ਨਹੀਂ ਹੈਗਾ, ਕੁਛ ਵੀ ਤੁਹਾਡਾ ਨਹੀਂ ਹੈਗਾ। ਇੱਥੇ ਜਿਹਨੂੰ ਇਹ ਮੇਰਾ ਮੇਰਾ ਕਰਕੇ ਚੰਬੜੀ ਜਾਂਦਾ ਹੈ, ਜਿਹਨੂੰ ਵੀ ਚੰਬੜੀ ਜਾਂਦਾ ਹੈ, ਸਭ ਕੁਛ ਇੱਥੇ ਤਾਂ ਇੱਥੇ ਹੀ ਰਹਿ ਜਾਣਾ, ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ। ਨਾਲ ਕਿੰਨੇ ਜਾਣਨ, ਕਹਿੰਦਾ ਨਾਮ ਰਿਓ, ਸਾਧੂ ਰਿਓ। ਜਿਹੜੇ ਬਈ ਜਿਹੜੀ ਰਹਿਣ ਵਾਲੀ ਚੀਜ਼ ਹੈ ਉਹਦੇ ਨਾਲ ਤਾਂ ਸਾਡਾ ਪਿਆਰ ਹੀ ਨਾ ਪਿਆ ਕਦੀ ਵੀ। ਜਿਹੜੀ ਚੀਜ਼ ਨਹੀਂ ਰਹਿਣ ਵਾਲੀ ਉਹਨਾਂ ਨੂੰ ਜੱਫੇ ਮਾਰੀ ਜਾਂਦੇ ਆ। ਇਸ ਕਰਕੇ ਹਮੇਸ਼ਾ ਜਿਹੜਾ ਦੁੱਖ ਹੈ ਉਹ ਬਣਿਆ ਰਹਿੰਦਾ ਹੈ, ਕਿਉਂਕਿ ਉਹ ਚੀਜ਼ ਕਦੀ ਸਥਿਰ ਹੋਣੀ ਨਹੀਂ ਹੈ ਤੇ ਉਹ ਡਾਵਾਂਡੋਲ ਹੁੰਦੀ ਰਹਿੰਦੀ ਹੈ। ਇਸੇ ਕਰਕੇ ਆਪਣਾ ਮਨ ਵੀ ਡਾਵਾਂਡੋਲ ਰਹਿੰਦਾ। ਹਾਂਜੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉ ਜਿਉ ਉਹ ਵਧਾਈਏ, ਤਿਉ ਤਿਉ ਹਰ ਸਿਉ ਰੰਗ। ਹੁਣ ਹੈ ਤਾਂ ਠੀਕ ਹੈ, ਬਿਲਕੁਲ ਹੀ ਬੰਦੇ ਦੇ ਹੱਥ ਵੀ ਕੁਛ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਸਤਿਗੁਰ ਕਿਰਪਾ ਕਰਨ, ਦਿਆ ਕਰਨ, ਇਹ ਉਹਨਾਂ ਦੇ ਹੱਥ ਹੀ। ਪਰ ਮੈਂ ਹਮੇਸ਼ਾ ਕਹਿੰਦਾ ਕਿ ਉਹਨਾਂ ਦੀ ਕਿਰਪਾ ਲੈਣ ਵਾਸਤੇ ਸਤਿਗੁਰਾਂ ਨੇ ਜਿਹੜੇ ਯਤਨ ਦੱਸੇ ਨੇ ਉਹ ਤਾਂ ਸਾਨੂੰ ਕਰਨੇ ਪੈਣਗੇ। ਗੁਰੂ ਮਹਾਰਾਜ ਨੇ ਫਰਮਾਉਣਾ ਕਿ ਬਈ ਇਹ ਉੱਪਰ ਤੀਸਰੀ ਚੌਥੀ ਮੰਜ਼ਿਲ ਤੇ ਚੜ੍ਹ ਕੇ ਬਨੇਰੇ ਤੇ ਖਲੋਤਾ ਤੇ ਕਹਿੰਦਾ ਮੈਂ ਮਾਰਨ ਲੱਗਾ ਜੇ ਛਾਲ, ਮੈਨੂੰ ਬਚਾ ਲਿਓ। ਗੁਰੂ ਮਹਾਰਾਜ ਕਹਿੰਦੇ ਕਿ ਬਈ ਉਹ ਵਿਹਲੇ ਬੈਠੇ ਨੇ ਇਸ ਚੀਜ਼ ਨੂੰ। ਜਦੋਂ ਸਤਿਗੁਰਾਂ ਨੇ ਦਿਮਾਗ ਦਿੱਤਾ, ਬੁੱਧ ਦਿੱਤਾ, ਅੱਖਾਂ ਦਿੱਤੀਆਂ, ਦਿਖਦਾ ਪਿਆ ਸਾਹਮਣੇ ਖਾਈ ਆ, ਬਟ ਡਿੱਗਾਂਗਾ ਤੇ ਖਤਰਾ ਬਣਿਆ, ਲੱਤ ਬਾਂਹ ਟੁੱਟੇ, ਸਿਰ ਪਾੜ ਸਕਦਾ, ਕੁਛ ਵੀ ਹੋ ਸਕਦਾ ਹੈ। ਤੇ ਫਿਰ ਜਾਣ ਕੇ ਜੇ ਇੱਕ ਬੰਨੇ ਛਾਲ ਆਪ ਮਾਰਦਾ ਪਿਆ, ਇੱਕ ਬੰਨੇ ਕਹਿੰਦਾ ਕਿ ਮੈਨੂੰ ਬਚਾ ਲਿਓ, ਕਿਸ ਤਰ੍ਹਾਂ ਗੱਲ ਬਣੇਗੀ? ਇਸ ਕਰਕੇ ਹੁੰਦਾ ਕਿ ਠੀਕ ਹੈ ਸਤਿਗੁਰਾਂ ਦੀ ਦਇਆ ਤੋਂ ਵਗੈਰਾ ਕੁਛ ਨਹੀਂ ਹੋਣਾ ਹੈਗਾ। ਪਰ ਜੋ ਇਹਨੂੰ ਹੁਕਮ ਲੱਗਾ ਹੈ, ਜੋ ਇਹਦਾ ਕਰਮ ਹੈ ਉਹ ਤੇ ਪੂਰਾ ਕਰੇ। ਮੈਂ ਕਿਹਾ ਕਿ ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਸਤਿਗੁਰਾਂ ਨੇ ਤਾਂ ਕਿਰਪਾ ਕਰ ਦਿੱਤੀ ਹੈ, ਆਪਣਾ ਉਹਨਾਂ ਨੇ ਕਰ ਦਿੱਤਾ। ਕਿਹੜੀ ਕਿਰਪਾ ਕਰ ਦਿੱਤੀ ਹੈ ਕਿ ਸਾਧ ਸੰਗ ਸਾਨੂੰ ਸਤਸੰਗ ਦੇ ਵਿੱਚ ਬਿਠਾ ਦਿੱਤਾ ਗਿਆ ਹੈ। ਦੁਨੀਆ ਕਿਤੇ ਦੀ ਕਿਤੇ, ਕੋਈ ਸ਼ਰਾਬਾਂ ਕਬਾਬਾਂ, ਕੋਈ ਕਿਤੇ ਨਾ ਕਿਤੇ ਰੰਗ ਤਮਾਸ਼ੇ, ਕੁਛ ਨਾ ਕੁਛ, ਕਿਤੇ ਇੱਕ ਛੁੱਟੀਆਂ ਹੁੰਦੀ ਹੈ ਤੇ ਕੁਛ ਨਾ ਕੁਛ ਰੰਗ ਤਮਾਸ਼ੇ ਕਲੱਬਾਂ 'ਚ, ਤੇ ਕਿਤੇ ਕੋਈ ਕਿਤੇ ਆਪਣੇ ਜਾਂਦਾ ਹੈ। ਤੇ ਸਤਿਗੁਰਾਂ ਦੀ ਇਹਨੇ ਕਿਰਪਾ ਕੀਤੀ ਨਹੀਂ? ਉਹਨਾਂ ਨੇ ਕਿਰਪਾ ਕੀਤੀ, ਉਹਨਾਂ ਨੇ ਅੱਛਾ ਪਰਿਵਾਰ ਦਿੱਤਾ, ਸਾਧੂ ਸੰਗ ਦਿੱਤਾ, ਸਤਸੰਗ ਦੇ ਵਿੱਚ ਬੈਠਣ ਦਾ ਮੌਕਾ ਦੇ ਦਿੱਤਾ। ਪਰ ਹੁਣ ਅੱਗੇ ਕੀ ਅਸੀਂ ਕਰਨਾ? ਕਿਹਾ ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਵੀ ਸਤਿਗੁਰਾਂ ਨੇ ਤੇ ਕਿਰਪਾ ਕਰ ਦਿੱਤੀ ਹੈ, ਉਸਨੇ ਦਇਆ ਕਰਕੇ ਸਾਨੂੰ ਬਖਸ਼ ਦਿੱਤਾ ਹੈ। ਅੱਗੇ ਫਰਮਾਇਆ ਜਿਉਂ ਜਿਉਂ ਉਹ ਵਧਾਈਏ। ਇਹ ਹੁਣ ਆਪਣੀ ਡਿਊਟੀ ਜਿਹੜੀ ਹੈ, ਸਤਿਗੁਰਾਂ ਨੇ ਸਾਨੂੰ ਉਹ ਦਇਆ ਕਰ ਦਿੱਤੀ ਹੈ, ਸੰਗ ਬਖਸ਼ ਦਿੱਤਾ ਹੈ। ਹੁਣ ਜਿਉਂ ਜਿਉਂ ਤਿਉਂ ਵਧਾਈਏ। ਜੇ ਜਿੰਨਾ ਜਿੰਨਾ ਅਸੀਂ ਸੰਗ ਉਸ ਚੀਜ਼ ਦਾ ਜ਼ਿਆਦਾ ਕਰਾਂਗੇ, ਹੁਣ ਕਿਹਾ ਕਿ ਤਿਉਂ ਤਿਉਂ ਹਰਸਿਓ ਰੰਗ। ਜਿਉਂ ਜਿਉਂ ਅਸੀਂ ਉਹਦਾ ਸ਼ੌਂਕ ਰੱਖ ਕੇ ਅੱਗੇ ਵਧਾਂਗੇ, ਵਧਾਵਾਂਗੇ ਉਸ ਚੀਜ਼ ਨੂੰ, ਤਿਉਂ ਤਿਉਂ ਹਰਸਿਓ ਰੰਗ, ਤਿਉਂ ਤਿਉਂ ਹਰੀ ਦਾ ਰੰਗ ਜਿਹੜਾ ਇੱਥੇ ਚੜ੍ਹਦਾ ਜਾਏਗਾ। ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰੱਖੀ।
ਅਸੀਂ ਕਹਿੰਦੇ ਰਹਿੰਦੇ ਹਾਂ ਕਿ ਸ਼ਾਇਦ ਪਤਾ ਨਹੀਂ ਕਿਰਪਾ ਕਿਹੜੀ। ਸਤਿਗੁਰਾਂ ਨੇ ਕਈ ਵਾਰ, ਅੱਜ ਵੀ ਕੋਈ ਗੁਰਮਤਿ ਕੋਈ ਬੱਚੇ ਸੇਵਾਦਾਰ ਆਏ ਸੀ, ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਸਤਿਗੁਰਾਂ ਨੇ ਇੱਥੇ ਥੋੜ੍ਹੇ ਟਾਈਮ ਦੇ ਵਿੱਚ ਕੀ ਦਾ ਕੀ ਬਣ ਗਿਆ। ਅੱਜ ਸੜਕ ਦੇ ਕਿਨਾਰੇ ਕੋਈ ਮਾੜਾ ਜਿਹਾ ਕੋਈ 4 ਇੱਟਾਂ ਸੁੱਟਦਾ, ਕੋਈ ਖਾਲੀ ਜਗ੍ਹਾ ਪਈ ਹੁੰਦੀ ਆ, ਕੁਛ ਨਾ ਕੁਛ ਬਿਲਡਿੰਗਾਂ ਬਣ ਜਾਂਦੀਆਂ, ਕੁਛ ਭੀੜਾਂ ਤੇ ਕਦੇ ਕੁਛ ਨਾ ਕੁਛ। ਸਤਿਗੁਰਾਂ ਨੇ ਸਾਫ਼ ਹੀ ਫਰਮਾ ਦਿੱਤਾ, ਕਹਿੰਦੇ ਨਾ ਮੈਂ ਡੇਰੇ ਬਣਾਉਣ ਆਇਆ, ਨਾ ਮੈਂ ਇੱਥੇ ਕੋਈ ਭੀੜਾਂ ਇਕੱਠੀਆਂ ਕਰਨ ਆਇਆ, ਮੈਂ ਤੇ ਬਈ ਇੱਕ ਸੇਵਾ ਦਾ ਸਾਧਨ ਰੱਖਿਆ ਸਰ। ਸਾਨੂੰ ਉਸ ਯਾਦ ਤਾਜ਼ਾ ਕਰਨ ਵਾਸਤੇ, ਉਸ ਚੀਜ਼ ਨਾਲ ਜੋੜਨ ਵਾਸਤੇ ਸਿਰਫ ਉਹ ਆਪਣਾ ਨਿਜ ਧਰਮ ਛੱਡ ਕੇ ਤੇ ਬਈ ਉਹਨਾਂ ਨੇ ਇਹ ਸੇਵਾ ਜਿਹੜੀ ਸੀ ਇਹ ਮਨਜ਼ੂਰ ਕੀਤੀ, ਦਇਆ ਕੀਤੀ ਉਹਨਾਂ ਨੇ। ਕੀ ਕਿਰਪਾ ਨਹੀਂ ਉਹਨਾਂ ਦੀ? ਅਸੀਂ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਚੀਜ਼ਾਂ ਸਾਡੇ ਆਉਂਦੀਆਂ ਨੇ, ਕਈ ਵਾਰੀ ਠੀਕ ਹੈ ਤਾਂ ਉੱਪਰ ਨੀਚੇ ਵੀ ਇਹ ਮਨ ਜਾਂਦਾ ਹੈ, ਪਰ ਫਿਰ ਵੀ ਕਿਸੇ ਵੇਲੇ ਆਉਂਦਾ ਕਿ ਹਾਂ ਬਈ ਸਤਿਗੁਰਾਂ ਦੀ ਦਇਆ ਹੈ, ਸਾਨੂੰ ਦੁਨੀਆ ਨੂੰ ਵੱਖਰਿਆਂ ਰੱਖਿਆ ਪਿਆ ਹੈ। ਕਈ ਤਰ੍ਹਾਂ ਦੀਆਂ ਜਿਹੜੀਆਂ ਅੱਗਾਂ 'ਚ ਇਹ ਜਿਹੜੀ ਦੁਨੀਆ ਚੱਲ ਰਹੀ ਹੈ। ਹਾਂ, ਸਤਿਗੁਰ ਕਿਰਪਾ ਕਰਨ, ਜੋ ਉਹਨਾਂ ਨੇ ਕਿਹਾ ਕਿ ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰਸਿਓ ਰੰਗ। ਹੁਣ ਉਹਨਾਂ ਨੇ ਤਾਂ ਕਿਰਪਾ ਕਰ ਦਿੱਤੀ ਹੈ, ਸੰਗ ਆਪਣਾ ਬਖਸ਼ ਦਿੱਤਾ ਆ। ਹੁਣ ਸਾਡੀ ਜੋ ਡਿਊਟੀ, ਜਿਸ ਤਰ੍ਹਾਂ ਅਸੀਂ ਇਹ ਨਹੀਂ ਕਿ ਉੱਥੇ ਬੈਠ ਕੇ ਉੱਥੇ ਮਿਲ ਕੇ ਸਤਸੰਗ ਦੇ ਵਿੱਚ ਵੀ ਤੇ ਅਸੀਂ ਰੰਗ ਬਾਹਰਲਾ ਚਾੜੀ ਜਾਈਏ, ਜਾਣ ਕੇ ਉਸ ਵਧਾਈਏ ਹੋਰ ਚੀਜ਼ਾਂ ਨੂੰ, ਜਿਸ ਤਰ੍ਹਾਂ ਬਾਕੀ ਚੀਜ਼ਾਂ ਨੂੰ ਵਧਾਉਂਦੇ ਆ, ਬਾਕੀ ਚੀਜ਼ਾਂ ਇਕੱਠੀਆਂ ਕਰਦੇ ਆ ਕਿ ਆਹ ਜੀ ਕੋਈ ਵੀ ਦੁਨੀਆ ਦੇ ਕੋਈ ਪਦਾਰਥ ਦੀ ਗੱਲ ਕਰ ਲਈਏ, ਸੰਸਾਰੀ ਤੌਰ ਦੇ ਉੱਤੇ ਕੋਈ ਜਿਹੜੀਆਂ ਸੂਖਸ਼ਮ ਚੀਜ਼ਾਂ ਨੂੰ ਵੀ ਅਸੀਂ ਕੋਈ ਕਰਦੇ ਹਾਂ, ਅਸੀਂ ਕਹਿੰਦੇ ਮਾਣ ਵੱਧ ਜਾਏ ਸਾਡਾ, ਸਾਡੀਆਂ ਵਡਿਆਈਆਂ ਵੱਧ ਜਾਣ, ਲੋਕੀ ਸਲਾਮਾਂ ਕਰਨ, ਸਾਡੀ ਕੋਈ ਗੱਲ ਨੂੰ ਮੋੜੇ ਨਾ। ਇਹ ਵੀ ਤੇ ਇੱਕ ਚੀਜ਼ਾਂ ਦੀ, ਇਹ ਵੀ ਤਾਂ ਸੰਗ ਹੀ ਹੈ, ਇਹ ਵੀ ਤਾਂ ਚੀਜ਼ਾਂ ਨੂੰ ਕਦੀ ਘਟਦਾ, ਕਦੀ ਸੋਚਦੇ। ਛੋਟੇ ਹੁੰਦੇ ਬਚਪਨ ਦੇ ਵਿੱਚ ਸਾਨੂੰ ਕੌਣ ਪੁੱਛਦਾ ਹੁੰਦਾ ਹੈ? ਕਿੰਨੇ ਕੁ ਸਾਡੇ ਕੋਲ ਉਦੋਂ ਪੈਸੇ ਹੁੰਦੇ ਸੀ, ਕਿੰਨੇ ਕੁ ਸਾਡੇ ਕੋਲ ਆਪਣੀਆਂ ਕੋਠੀਆਂ ਕਾਰਾਂ ਸੀ, ਕਿੰਨਾ ਕੁ ਸਾਨੂੰ ਮਾਣ ਵਡਿਆਈ ਸੀ ਕਿ ਸਤਿਗੁਰਾਂ ਨੇ ਦਇਆ ਨਹੀਂ ਕੀਤੀ। ਹਰ ਚੀਜ਼ ਉਹਨਾਂ ਨੇ ਬਖਸ਼ੀ ਹੈ, ਕੋਈ ਐਸੀ ਗੱਲ ਨਹੀਂ ਹੈ। ਪਰ ਜੇ ਅਸੀਂ ਬਹੁਤਾ ਹੀ ਅਸੀਂ ਉਹੀ ਗੱਲ ਕਿ ਇਹ ਸਿਰਫ ਇੱਥੇ ਹੀ ਇਹਨਾਂ ਚੀਜ਼ਾਂ ਦੀਆਂ ਮੰਗਾਂ ਰੱਖੀ ਜਾਈ, ਇਹਨਾਂ ਨੂੰ ਵਧਾਈ ਜਾਵਾਂਗੇ, ਤੇ ਫਿਰ ਇਹੋ ਹੀ ਚੀਜ਼ਾਂ, ਜਿਸ ਤਰ੍ਹਾਂ ਮੱਕੜੀ ਜਾਲਾ ਬੁਣਦੀ ਹੈ, ਆਪਣਾ ਬੁਣ ਕੇ ਆਪੇ ਹੀ ਜਾਲਾ ਬਣਾ ਕੇ ਆਪ ਹੀ ਉਹਦੇ ਵਿੱਚ ਫਸ ਜਾਂਦੀ ਹੈ। ਅਸੀਂ ਵੀ ਉਹ ਜਾਲਾ ਜਿਹੜਾ ਬਣਾ ਕੇ ਆਪ ਹੀ ਉਹਦੇ ਵਿੱਚ ਫਸ ਜਾਂਦੇ ਹਾਂ। ਪਰ ਸਤਿਗੁਰਾਂ ਨੇ ਕਿਹਾ ਕਿ ਨਹੀਂ, ਇਹ ਨਹੀਂ, ਜੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜੋ ਦਇਆ ਕੀਤੀ ਹੈ, ਉਹਨੂੰ ਵਧਾਈਏ। ਜਿਹੜੀ ਉਹਨਾਂ ਨੇ ਸੰਗ ਬਖਸ਼ ਦਿੱਤਾ ਆ, ਜੋ ਸਤਸੰਗ ਬਖਸ਼ ਦਿੱਤਾ ਹੈ, ਜੋ ਉਹਨਾਂ ਨੇ ਆਪਣੇ ਬਚਨ ਨੂੰ ਕਿਹਾ, ਉਹਨਾਂ ਦੇ ਵਿੱਚ ਉਹਨਾਂ ਦਾ ਸੰਗ ਕਰੀਏ ਤੇ ਬਈ ਤਿਉਂ ਹੀ ਕਹਿੰਦੇ ਨਾ ਅਸੀਂ ਕਿ ਬਈ ਸਤਿਗੁਰਾਂ ਦਾ ਪ੍ਰੇਮ ਨਹੀਂ ਜਾਗਦਾ, ਗੁਰੂ ਨਾਲ ਪ੍ਰੀਤ ਨਹੀਂ ਬਣਦੀ, ਉਹ ਨਾਮ ਨਹੀਂ ਜਾਗਦਾ, ਸਭ ਕੁਝ ਹੋਏਗਾ, ਸਭ ਕੁਝ ਹੁੰਦਾ ਹੈ ਆਪਣੇ ਆਪ ਹੀ। ਉਹ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਉਸ ਰਸਤੇ ਚੱਲਦੇ, ਗੁਰੂ ਮਹਾਰਾਜ ਨੇ ਫਰਮਾਇਆ ਕਿ ਬਈ ਜਦੋਂ ਅਸੀਂ ਕਿਸੇ ਬਾਗ ਵੱਲ ਜਾ ਕੇ ਬਗੀਚੇ ਵੱਲ ਤੁਰਦੇ ਹਾਂ, ਜਿਉਂ-ਜਿਉਂ ਅਸੀਂ ਇਹਦੇ ਕੋਲ ਜਾਂਦੇ ਹਾਂ ਤਿਉਂ-ਤਿਉਂ ਖੁਸ਼ਬੂ ਆਉਣੀਆਂ ਸ਼ੁਰੂ ਹੁੰਦੀਆਂ ਨੇ, ਜਿਉਂ-ਜਿਉਂ ਅੱਗੇ ਵਧਾਂਗੇ ਅਸੀਂ। ਇਸ ਕਰਕੇ ਸਾਫ਼ ਹੀ ਫਰਮਾਤਾ ਕਿ ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰਸਿਓ ਰੰਗ। ਹਾਂਜੀ, ਉਹਦੇ ਅੱਗੇ ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰਸਿਓ ਰੰਗ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਰਾਧਾ ਰਾਧਾ। ਹੁਣ ਦੇਖੋ, ਹੈ ਤਾਂ ਬਈ ਸਭ ਕੁਝ ਉਹਦੇ ਹੱਥ ਹੈ, ਪਰ ਇੰਨੀ ਨਿਮਰਤਾ ਆ ਜਾਵੇ, ਕਿਉਂਕਿ ਸਿਰਫ ਜ਼ੁਬਾਨ ਤੋਂ ਕਹਿਣ ਨਾਲ ਨਹੀਂ, ਮਨ ਵੀ ਮੰਨੇ ਇਸ ਚੀਜ਼ ਦਾ। ਜੇ ਤੇ ਇੰਨਾ ਆ ਜਾਵੇ, ਉਹਨੇ ਕਿਹਾ ਕਿ ਦੋਹਾਂ ਸਿਰਿਆਂ ਕਾ ਖਸਮ ਆਪ। ਪਰ ਅਸੀਂ ਸੋਚੀਏ ਕਿ ਠੀਕ ਹੈ, ਸਤਿਗੁਰਾਂ ਦੇ ਬਚਨ ਨੇ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਪਰ ਆਪਣੇ ਮਨ 'ਚ ਕਦੀ ਇੰਨਾ ਭਰੋਸਾ ਬਣਦਾ ਹੈ? ਅਸੀਂ ਤੇ ਹਰ ਚੀਜ਼ ਦੇ ਖਸਮ ਆਪ ਬਣ ਜਾਂਦੇ ਹਾਂ। ਅਸੀਂ ਤੇ ਕਹਿੰਦੇ ਹਾਂ ਨਹੀਂ, ਮੇਰੇ ਕੀਤੇ ਤੋਂ ਬਗੈਰ ਕਿੱਦਾਂ ਹੋ ਗਿਆ।
ਮੈਂ ਨਾ ਕਰਦਾ ਤੇ ਕਿੱਦਾਂ ਹੋ ਜਾਂਦਾ, ਮੈਂ ਨਾ ਚੱਲਦਾ ਤੇ ਕਿੱਦਾਂ ਪਹੁੰਚਦਾ, ਮੈਂ ਨਾ ਕਰਦਾ ਤੇ ਫਿਰ ਕਿੱਦਾਂ। ਹਰ ਚੀਜ਼ 'ਚ ਸਾਡੀ ਮੈਂ ਜਿਹੜੀ ਚੀਜ਼ ਉਹ 'ਚ ਵੜ ਜਾਂਦੀ ਹੈ। ਇੰਨਾ ਕਦੀ ਐ ਜੇ ਇੰਨੀ ਨਿਮਰਤਾ ਵੀ, ਚਾਹੇ ਲਿਬੜਿਆ ਤਿਬੜਿਆ ਹੋਵੇ, ਕੁਛ ਵੀ ਹੋਵੇ, ਕਿਸੇ ਤਰ੍ਹਾਂ ਦੇ ਵੀ ਇਹਦੇ ਵਿੱਚ ਭਾਵੇਂ ਇਹਦੇ ਲੱਖਾਂ ਗੁਨਾਹ ਹੋਣ, ਪਰ ਇਹਦੇ ਮਨ 'ਚ ਭਰੋਸਾ ਆ ਜਾਵੇ ਜਿਹੜਾ ਪਹਿਲਾਂ ਆਇਆ ਕਿ ਬਈ ਜੇ ਇਹਦੇ ਅੰਦਰ ਚਿੱਤ 'ਚੋਂ ਸਤਿਗੁਰ ਵਸ ਗਏ, ਉਹਨਾਂ ਦਾ ਭੈ ਵਸ ਗਿਆ, ਉਹਨਾਂ ਦਾ ਡਰ ਵਸ ਗਿਆ, ਉਹਨਾਂ ਦਾ ਪਿਆਰ ਆ ਗਿਆ, ਤੇ ਬਈ ਫਿਰ ਕੋਈ ਚੀਜ਼ ਰਹਿ ਨਹੀਂ ਜਾਏਗੀ। ਜਿੰਨੀਆਂ ਮਰਜ਼ੀ ਮੈਲਾਂ ਹੋਣ, ਸਭ ਜਿਹੜੀਆਂ ਨੇ ਉਹਨਾਂ ਉਹ ਲੱਥ ਜਾਣਗੀਆਂ ਉਹਨਾਂ ਦੇ ਪਿਆਰ 'ਚ। ਹੁਣ ਇੰਨਾ ਪਹਿਲਾਂ ਭਰੋਸਾ ਹੋਵੇ, ਉਹਨੇ ਕਿਹਾ ਕਿ ਦੋਹਾਂ ਸਿਰਿਆਂ ਕਾ ਖਸਮ ਆਪ। ਜੇ ਕੁਛ ਹੋ ਵੀ ਜਾਂਦਾ, ਸਤਿਗੁਰਾਂ ਅੱਗੇ ਬੇਨਤੀ ਕਰੇ ਕਿ ਮਹਾਰਾਜ ਕੀ ਮੇਰੇ ਵੱਸ ਹੈ, ਮੈਂ ਤਾਂ ਬਈ ਔਗਣਾ ਨਾ ਭਰਿਆ, ਮੇਰੇ ਕੋਲ ਤੇ ਮਹਾਰਾਜ ਹੈ ਹੀ ਇਹੋ ਹੀ ਕੁਛ ਹੈ। ਇੰਨੀ ਨਿਮਰਤਾ ਇਹਦੇ ਅੰਦਰ ਆਵੇ, ਇਹ ਸਤਿਗੁਰਾਂ ਦੇ ਚਰਨਾਂ 'ਚ ਢਹਿ ਪਵੇ, ਬੇਨਤੀ ਕਰੇ ਕਿ ਸਤਿਗੁਰੂ ਜੀ ਮੇਰੇ ਵੱਸ ਕੁਛ ਨਹੀਂ, ਸਭ ਕੁਝ ਤੁਸੀਂ ਕਰਾਉਣ ਵਾਲੇ ਹੋ, ਦਇਆ ਕਰੋ, ਕਿਰਪਾ ਕਰੋ ਮੇਰੇ ਦੇ ਉੱਤੇ, ਮੈਨੂੰ ਇਸ ਚਿੱਕੜ 'ਚੋਂ ਕੱਢ ਕੇ ਬਾਹਰ ਰੱਖੋ, ਬਈ ਤੁਹਾਡੇ ਤੋਂ ਕੋਈ ਬਗੈਰ ਹੋਰ ਕੌਣ ਹੈਗਾ ਹੈ। ਜਿਹੜਾ ਫਰਮਾਇਆ ਨਾ, ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਥਾਂ। ਬੇਨਤੀ ਕਰੇ ਕਿ ਸਤਿਗੁਰੂ ਜੀ ਤੁਹਾਡੇ ਤੋਂ ਬਗੈਰ ਕਿਹੜੀ ਥਾਂ ਹੈ ਮੇਰੀ, ਕੌਣ ਮੈਨੂੰ ਕੱਢੇਗਾ, ਕੌਣ ਮੇਰਾ ਕੋਈ ਹੈਗਾ ਹੈ ਆਪਣਾ। ਜੇ ਇੰਨੀ ਇਹਦੇ ਮਨ ਦੇ ਵਿੱਚ ਨਿਮਰਤਾ ਹੋਵੇ, ਇੰਨਾ ਇਹ ਦੀਨਤਾ ਦੇ ਨਾਲ ਦਾਸ ਬਣ ਕੇ, ਭਿਖਾਰੀ ਬਣ ਕੇ ਸਤਿਗੁਰਾਂ ਦੇ ਅੱਗੇ ਝੋਲੀ ਫੈਲਾਵੇ, ਤੇ ਬਈ ਫਿਰ ਸਤਿਗੁਰ ਕੋਈ ਐਸੇ ਨਹੀਂ। ਪਰ ਜਦੋਂ ਸਾਡੇ ਅੰਦਰ ਕੋਈ ਹਉਮੈ, ਹੰਕਾਰ, ਆਕੜ ਜਿਹੜੀ ਹੁੰਦੀ ਹੈ, ਜਦੋਂ ਐ ਭਰਿਆ ਹੁੰਦਾ ਹੈ, ਤੇ ਫਿਰ ਉੱਥੇ ਸਤਿਗੁਰੂ ਵੀ ਕੀ ਕਰ। ਕਿ ਨਹੁ ਨੇਜੇ ਪਾਣੀ ਚੜ, ਫਿਰ ਵੀ ਨਾ ਭੀਜੀ ਕੋਰ, ਸਤਿਗੁਰੂ ਪੂਰਾ ਕਿਆ ਕਰੇ, ਜੋ ਸਿੱਖ ਹਿਰਦਾ ਪਿਆ ਕਠੋਰ। ਕਿਹਾ ਕਿ ਜੇ ਇਹਦਾ ਹੀ ਹਿਰਦਾ ਇੰਨਾ ਕਠੋਰ ਹੋ ਗਿਆ, ਤੇ ਬਈ ਕੀ ਕਰੇਗਾ ਸਤਿਗੁਰੂ, ਉਹ ਕੀ ਕਰੇਗਾ ਉੱਥੇ। ਇਹਦੇ 'ਚ ਕੋਈ ਸ਼ੀਤਲਤਾ ਹੋਵੇ, ਨਿਰਮਲਤਾ ਹੋਵੇ, ਕੋਈ ਇਹ 'ਚ ਬਈ ਥੋੜਾ ਨਿਮਰਤਾ ਹੋਵੇ, ਤੇ ਬਈ ਸਤਿਗੁਰ ਦਇਆ ਕਰਦੇ। ਤੇ ਫਰਮਾਇਆ ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਥਾਉ, ਸਤਿਗੁਰ ਤੁਠੇ ਪਾਇਆ, ਨਾਨਕ ਸੱਚਾ ਨਾਮ। ਸਤਿਗੁਰ ਤੁਠੇ, ਸਤਿਗੁਰਾਂ ਦੇ ਪ੍ਰਸੰਨ ਹੋਣ ਤੇ, ਖੁਸ਼ ਹੋਣ ਤੇ। ਕਿਉਂ ਅਸੀਂ ਕਹਿੰਦੇ ਹਾਂ ਕਿ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰਨਾ, ਕਿਉਂਕਿ ਉਹ ਨਹੀਂ ਅਸੀਂ ਕਹਿੰਦੇ ਹਾਂ ਕਿ ਸਤਿਗੁਰ ਨੇ ਖੁਸ਼ ਹੋ ਕੇ ਸਾਨੂੰ ਆਹ ਵਜ੍ਹਾ ਵੀ ਠੀਕ ਹੈ, ਉਹ ਵੀ ਸਭ ਕੁਝ ਸਤਿਗੁਰਾਂ ਦੀਆਂ ਦਿੰਦੇ ਨੇ, ਐਸਾ ਕੋਈ ਗੱਲ ਨਹੀਂ ਹੈ। ਪਰ ਸਤਿਗੁਰਾਂ ਨੇ ਜੋ ਬਚਨ ਆ, ਜਦੋਂ ਅਸੀਂ ਸਮਝਾਂਗੇ ਤੇ ਫਿਰ ਪਤਾ ਚੱਲੇਗਾ। ਗੁਰੂ ਮਹਾਰਾਜ ਜੀ ਨੇ ਕਈ ਵਾਰੀ ਫਰਮਾਇਆ ਕਿ ਬਈ ਇੱਥੇ ਸੰਤ ਜਿਹੜੇ ਆ ਮੁੰਡੇ ਕੁੜੀਆਂ ਦੇਣ ਨਹੀਂ ਆਉਂਦੇ, ਸੰਤ ਤੇ ਕੋਠੀਆਂ ਕਾਰਾਂ ਦੇਣ ਨਹੀਂ ਆਏ, ਸੰਤ ਤੇ ਹੋਰ ਕੋਈ ਬਾਹਰ ਦੀਆਂ ਕੋਈ ਦੁਨੀਆ ਦੇ ਪਦਾਰਥ ਦੇਣ ਨਹੀਂ ਆਏ, ਉਹ ਤੇ ਬਈ ਸੱਚਾ ਨਾਮ ਇਹਨੂੰ ਬਖਸ਼ਣ ਆਏ ਨੇ, ਜਿਹਦੇ ਨਾਲ ਇਹਨੇ ਨਿਕਲਣਾ ਬਾਹਰ। ਹੋਰ ਇੱਥੇ ਭਾਰ ਪਾਉਣ ਵਾਸਤੇ ਨਹੀਂ ਆਏ ਕਿ ਇਹਨੂੰ ਡੁਬਾਉਣ ਵਾਸਤੇ, ਇਹਨੂੰ ਕੱਢਣ ਵਾਸਤੇ ਆਏ ਨੇ, ਇਸ ਕਰਕੇ ਇਹਨੂੰ ਸੱਚਾ ਨਾਮ ਬਖਸ਼ਦੇ ਨੇ। ਉਹਦੀ ਪੁਸ਼ਟੀ ਕਰਕੇ ਕਹਿੰਦੇ ਸਤਿਗੁਰ ਤੁਠੇ ਪਾਇਆ, ਕਿ ਜੇ ਸਤਿਗੁਰ ਪ੍ਰਸੰਨ ਹੋ ਜਾਂਦੇ ਆ, ਉਹ ਦਇਆ ਕਿਰਪਾ ਕਰ ਦਿੰਦੇ ਆ, ਤੇ ਕੀ ਮਿਲਦਾ ਹੈ, ਨਾਨਕ ਸੱਚਾ ਨਾਮ। ਉਹ ਸੱਚੇ ਦੇ ਨਾਲ ਮਿਲਾਪ ਕਰ ਦਿੰਦੇ ਆ, ਉਹ ਸੱਚੇ ਦੇ ਨਾਲ ਇੱਕ ਮਿਕ ਇਹਨੂੰ ਕਰਵਾ ਦਿੰਦੇ ਆ, ਜਿਹਦੇ ਨਾਲ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ। ਬਾਣੀ ਚ ਕਹਣਾ ਕਿ ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੇ ਤ੍ਰਿਗ ਜੀ ਬਾਸ। ਨਾਮ ਮਿਲੇ ਮਨ ਤ੍ਰਿਪਤੀ, ਮਨ ਉਦਾਂ ਤ੍ਰਿਪਤੀ ਹੁੰਦੀ, ਇਹਨੂੰ ਜਿੰਨਾ ਮਰਜ਼ੀ ਇਹਨੂੰ ਦੇ ਦਿਓ, ਪਰ ਉਹ ਸਤਿਗੁਰ ਨਾਮ ਬਖਸ਼ ਦਿੰਦੇ ਆ ਇਹਦੇ ਅੰਦਰ। ਇੱਕ ਤਾਂ ਅਸੀਂ ਬਾਹਰੋਂ ਗੱਲ ਠੀਕ ਹੈ ਸਤਿਗੁਰਾਂ ਦੇ, ਪਰ ਜਦੋਂ ਤੱਕ ਸਾਡਾ ਉਹ ਪਿਆਰ ਨਹੀਂ ਬਣਦਾ, ਜਦੋਂ ਤੱਕ ਸਾਡਾ ਭਰੋਸਾ ਨਹੀਂ ਬਣਦਾ, ਜਦੋਂ ਤੱਕ ਇਹਦੇ 'ਚ ਨਿਮਰਤਾ ਨਹੀਂ ਆਉਂਦੀ, ਜਦੋਂ ਤੱਕ ਇਹਦੇ ਮਨ 'ਚ ਇੰਨਾ ਨਹੀਂ ਹੁੰਦਾ ਕਿ ਸਤਿਗੁਰਾਂ ਤੋਂ ਇਲਾਵਾ ਮੇਰਾ ਕੋਈ ਖਸਮ ਨਹੀਂ ਹੈਗਾ। ਜੇ ਇਹਨੂੰ ਉਹਨਾਂ ਤੋਂ ਇਲਾਵਾ ਕੋਈ ਖਸਮ ਦੇਖਦਾ ਹੈ ਜੇ, ਤੇ ਫਿਰ ਇਹ ਕਿਸ ਤਰ੍ਹਾਂ ਇਹਦਾ ਪਾਰ ਉਤਾਰਾ ਹੋਏਗਾ, ਫਿਰ ਨਹੀਂ। ਤੇ ਸਤਿਗੁਰਾਂ ਦੇ ਪ੍ਰਸੰਨ ਕਰਨ ਵਾਸਤੇ ਉਹਨਾਂ ਕਿਹਾ ਸਤਿਗੁਰ ਤੁਠੇ ਪਾਇਆ, ਸਤਿਗੁਰਾਂ ਨੂੰ ਪ੍ਰਸੰਨ ਕਰਨ ਵਾਸਤੇ ਹੀ ਇਹ ਸਾਰੀ ਸੇਵਾ ਸਿਮਰਨ ਜੋ ਵੀ ਅਸੀਂ ਯਤਨ ਕਰਦੇ ਹਾਂ, ਸਤਿਗੁਰਾਂ ਦੀ ਖੁਸ਼ੀ ਵਾਸਤੇ, ਪ੍ਰਸੰਨਤਾ ਵਾਸਤੇ। ਪਰ ਆਪਣੇ ਅੰਦਰ ਝਾਤੀ ਜ਼ਰੂਰ ਮਾਰੀਏ ਕਿ ਵਾਕਈ ਹੀ ਕਿ ਜਿਹੜੇ ਮੈਂ ਕੰਮ ਕਰਦੇ ਪਏ ਹਾਂ ਅਸੀਂ, ਇਹਦੇ ਨਾਲ ਸਤਿਗੁਰ ਪ੍ਰਸੰਨ ਹੁੰਦੇ ਆ। ਜੇ ਤੇ ਸਾਨੂੰ, ਕਿਉਂਕਿ ਮੈਂ ਕਈ ਵਾਰੀ ਕਹਿੰਦਾ ਹੈ ਕਿ ਐਸੀ ਕੋਈ ਗੱਲ ਨਹੀਂ, ਸਤਿਗੁਰਾਂ ਦੀ ਦਇਆ ਹੈ, ਸਭ ਨੂੰ ਸਤਿਗੁਰਾਂ ਨੇ ਬਈ ਇੰਨੇ ਕੁ ਬੁੱਧੀ ਬਖਸ਼ੀ, ਪਤਾ ਆਪਣੇ ਆਪ ਨੂੰ ਲੱਗ ਜਾਂਦਾ ਹੈ ਕਿ ਬਈ ਕਿਹੜੇ ਕੰਮ ਨਾਲ ਸਤਿਗੁਰ ਖੁਸ਼ ਹੁੰਦੇ ਆ ਤੇ ਕਿਹੜੇ ਕੰਮ ਨਾਲ ਉਹਨਾਂ ਦੀ ਨਾਰਾਜ਼ਗੀ ਹੁੰਦੀ ਹੈ। ਜੇ ਤੇ ਮਨ ਨੂੰ ਲੱਗਦਾ ਹੈ ਕਿ ਅਸੀਂ ਸਹੀ ਚੱਲ ਰਹੇ ਹਾਂ, ਤੇ ਫਿਰ ਕੋਈ ਲਾਲੇ ਜ਼ੋਰ ਲਾ ਲਵੇ। ਪਰ ਜੇ ਇਹਦੇ ਅੰਦਰੋਂ ਕਿਤੇ ਆਵਾਜ਼ ਆ ਰਹੀ ਆ ਕਿ ਨਹੀਂ ਮੈਂ ਗਲਤ ਹਾਂ ਕਿਤੇ ਨਾ ਕਿਤੇ, ਤੇ ਹੱਥ ਜੋੜ ਕੇ ਗਲ 'ਚ ਪਰਨਾ ਪਾ ਕੇ ਚਰਨਾਂ 'ਚ ਉਹਨਾਂ ਦੀ ਬੇਨਤੀ ਕਰੇ ਕਿ ਸਤਿਗੁਰੂ ਜੀ ਬਖਸ਼ੋ ਮੈਨੂੰ।
ਫਿਰ ਕੋਈ ਕਿਸੇ ਤਰ੍ਹਾਂ ਦੀ ਹਉਮੈ ਹੰਕਾਰ ਨਾ ਕੋਈ ਰੱਖੇ, ਕਿਉਂਕਿ ਜੀਵਨ ਵਿਅਰਥ ਚਲਾ ਜਾਏਗਾ ਇਹਦਾ। ਇਹਦੀ ਕੋਈ ਹੋਰ ਕੋਈ ਸਾਰ ਨਹੀਂ ਕੋਈ ਲੈ ਸਕਦਾ। ਕਿਹੜੀ ਕੀਮਤ ਅਸੀਂ ਦੇਵਾਂਗੇ ਇਸ ਜੀਵਨ ਦੀ? ਸਾਰਾ ਸੰਸਾਰ ਇੱਕ ਪਾਸੇ ਰੱਖਿਆ ਹੋਵੇ ਤੇ ਬਈ ਇਹਦੇ ਤੁਲ ਨਹੀਂ ਹੈਗਾ ਜਿਹੜਾ ਇਹਨੂੰ ਮੌਕਾ ਮਿਲਿਆ। ਕਿ ਉਹਨੇ ਕਿਹਾ ਕਿ 1,84 ਜੂਨ ਸਬਾਈ, ਕਿੰਨੀਆਂ ਜੂਨਾਂ, ਕੀ ਉਹਦਾ ਮੁੱਲ ਉਹਦਾ? ਕੋਈ ਨਹੀਂ ਜਾਣਾ ਚਾਹੇਗਾ, ਕੋਈ ਇੰਨਾ ਘਾਟੇ ਵੱਧਾ ਸੌਦਾ ਨਹੀਂ ਕਰੇਗਾ ਕੋਈ ਵੀ। ਸਤਿਗੁਰ ਦਇਆ ਕਿਰਪਾ ਕਰਨ, ਅਸੀਂ ਸੱਚੇ ਮਨ ਦੇ ਨਾਲ ਉਹਨਾਂ ਦੇ ਚਰਨਾਂ 'ਚ ਬੇਨਤੀ ਕਰ ਸਕੀਏ, ਨੀਵੇਂ ਹੋ ਕੇ ਗੱਲ 'ਚ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਨਾ ਪਾ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਤਿਗੁਰ ਜੀ ਕਿਰਪਾ ਕਰੋ, ਦਇਆ ਕਰੋ। ਐਵੇਂ ਆਕੜਾਂ ਦੇ ਵਿੱਚ, ਹਉਮੈ ਦੇ ਵਿੱਚ ਆਪਣਾ ਜੀਵਨ ਨਾ ਗਵਾ ਛੱਡੀਏ। ਇਹਦੀ ਕੀਮਤ ਨਹੀਂ ਹੈ। ਇਸ ਚੀਜ਼ ਦੀ ਸਾਨੂੰ ਜਦੋਂ ਸਮਝ ਲੱਗ ਜਾਏਗੀ ਤੇ ਬਈ ਫਿਰ ਕੋਈ ਲਾਂਭਾ ਨਹੀਂ ਰਹੇਗਾ ਮਨ ਦੇ ਵਿੱਚ। ਫਿਰ ਹਮੇਸ਼ਾ ਹੀ ਸਤਿਗੁਰਾਂ ਦਾ ਸ਼ੁਕਰਾਨਾ ਹੋਏਗਾ ਕਿ ਸਤਿਗੁਰ ਦਇਆ ਕਿਰਪਾ ਕੀਤੀ, ਜਿਹੜਾ ਤੁਸੀਂ ਸਾਨੂੰ ਇਹ ਮਨੁੱਖ ਚੋਲਾ ਬਖਸ਼ਿਆ, ਫਿਰ ਉਹ ਸਾਧੂ ਸੰਗ ਬਖਸ਼ਿਆ, ਤੁਸੀਂ ਆਪ ਸਾਡੇ ਵਾਸਤੇ ਆ ਗਏ, ਹੋਰ ਇਸ ਤੋਂ ਵੱਡੀ ਕਿਹੜੀ ਚੀਜ਼ ਇਹ ਤੋਂ ਮੰਗ ਸਕਦੇ ਹਾਂ ਅਸੀਂ? ਤੇ ਸਤਿਗੁਰ ਕਿਰਪਾ ਕਰਨ, ਸਭ ਤੇ ਦਇਆ ਕਰਨ, ਸਭ ਦਾ ਭਲਾ ਹੋਵੇ, ਸਭ ਆਪਣਾ ਸਤਿਗੁਰਾਂ ਦੇ ਚਰਨਾਂ 'ਚ ਅਸੀਂ ਸੱਚੇ ਮਨ ਨਾਲ ਬੇਨਤੀ ਕਰ ਸਕੀਏ, ਉਹਨਾਂ ਦੀ ਸੇਵਾ 'ਚ ਹਾਜ਼ਰ ਹੋ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।